ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਉੱਗੇ ਸਿੱਖ ਚਿੰਤਕ ਡਾਕਟਰ ਗੁਰਚਰਨਜੀਤ ਸਿੰਘ ਲਾਂਬਾ। ਸਵਾਗਤ ਹੈ ਲਾਂਬਾ ਸਾਹਿਬ। ਬਹੁਤ ਬਹੁਤ ਧੰਨਵਾਦ। ਡਾਕਟਰ ਨਹੀਂ ਹੈ ਜੀ ਅਜੇ ਤੱਕ, ਮਿਹਰਬਾਨੀ ਜੀ। ਚਲੋ, ਤੁਹਾਡੀ ਖੋਜ ਇੰਨੀ ਹੈ ਕਿ ਸਾਨੂੰ ਤੁਹਾਨੂੰ ਡਾਕਟਰ ਕਹਿੰਦੇ ਆ ਕੋਈ ਝਿਜਕ ਨਹੀਂ ਹੁੰਦੀ। ਲਾਂਬਾ ਸਾਹਿਬ, ਅੱਜ ਅਸੀਂ ਇੱਕ ਇਤਿਹਾਸਕ ਦਿਨ ਦੀ ਸਵੇਰ 'ਚ ਖੜੇ ਹਾਂ, ਜਿੱਥੋਂ ਦੂਰ ਦਸਹੱਦਿਆਂ ਤੱਕ ਦੇਖਿਆ ਧੁੰਦ ਪਸਰੀ ਨਜ਼ਰ ਆਉਂਦੀ ਹੈ। ਸਮਝ ਨਹੀਂ ਆਉਂਦੀ ਇਸ ਦਿਨ ਦੀ ਵਧਾਈ ਦਈਏ ਪੰਜਾਬੀਆਂ ਨੂੰ ਜਾਂ ਅਫਸੋਸ ਕਰੀਏ। ਮੈਨੂੰ ਯਾਦ ਹੈ ਮਾਈ ਟਰੁੱਥ ਵਿੱਚ ਇੰਦਰਾ ਗਾਂਧੀ ਲਿਖਦੀ ਹੈ, ਜਦੋਂ ਮੈਂ ਪੜ੍ਹਦਾ ਹਾਂ, ਕਿ ਮੈਂ ਪੰਜਾਬੀ ਸੂਬਾ ਬਣਾਉਣ ਦੇ ਹੱਕ 'ਚ ਨਹੀਂ ਸੀ, ਮੇਰੀ ਪਾਰਟੀ ਵੀ ਨਹੀਂ ਸੀ, ਪੰਜਾਬ ਦੇ ਲੋਕ ਵੀ ਨਹੀਂ ਸੀ, ਪਰ ਫਿਰ ਵੀ ਮੈਨੂੰ ਇਹ ਐਲਾਨ ਕਰਨਾ ਪਿਆ ਕਿਉਂਕਿ ਸਮੂਹਿਕ ਹਿੰਸਾ ਦਾ ਖਤਰਾ ਪੈਦਾ ਹੋ ਗਿਆ ਸੀ। ਮੈਂ ਦੋ ਪਾਰਟੀਆਂ ਜਿਹੜੀਆਂ ਉਦੋਂ ਵਿਚਰਦੀਆਂ ਸੀ, ਕਾਂਗਰਸ ਔਰ ਅਕਾਲੀ ਦਲ, ਇਹਨਾਂ ਦੋਨਾਂ ਨੂੰ ਜੇ ਅੱਜ ਦੇਖਦਾ ਹੈ ਤਾਂ ਬੜੇ ਸਾਰੀਆਂ ਪਰਤਾਂ ਖੁੱਲਦੀਆਂ ਨੇ ਔਰ ਕਿਰਦਾਰ ਨੰਗੇ ਹੁੰਦੇ ਆ। ਮੈਂ ਤੁਹਾਥੋਂ ਜਾਣਨਾ ਚਾਹੁੰਦਾ ਵੀ ਅਸੀਂ ਇਸ ਦਿਨ ਦੇ ਵਿੱਚ ਗੱਲ ਕਿੱਥੋਂ ਸ਼ੁਰੂ ਕਰੀਏ। ਰੰਧਾਵਾ ਸਾਹਿਬ, ਅੱਜ ਬਹੁਤ ਹੀ ਗਮਗੀਨ ਦਿਨ ਹੈ। ਗਮਗੀਨ ਦਿਨ ਇਸ ਕਰਕੇ ਵੀ ਹੈ ਕਿ ਅੱਜ ਦੇ ਦਿਨ ਪੰਜਾਬੀ ਸੂਬਾ ਬਣਾਇਆ ਗਿਆ, ਪਰ ਪੰਜਾਬੀ ਸੂਬਾ ਕਿਸ ਹਾਲਾਤ ਵਿੱਚ ਬਣਿਆ, ਕਿਹਨਾਂ ਹਾਲਤਾਂ ਦੇ ਵਿੱਚ ਬਣਿਆ, ਕਿਹਨਾਂ ਮਜਬੂਰੀਆਂ ਕਰਕੇ ਬਣਿਆ, ਉਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦੋ ਪਾਰਟੀਆਂ ਸੀ, ਕਾਂਗਰਸ ਔਰ ਅਕਾਲੀ। ਦਰਅਸਲ ਪਾਰਟੀਆਂ ਉਸ ਵੇਲੇ ਚਾਰ ਸਨ। ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਜਾ ਚੁੱਕਾ ਸੀਗਾ। ਇੱਕ ਕਾਂਗਰਸ ਸੀ, ਅਕਾਲੀ ਦਲ ਦੋ ਧੜੇ ਸੀ, ਇੱਕ ਸੰਤ ਫਤਿਹ ਸਿੰਘ, ਇੱਕ ਮਾਸਟਰ ਤਾਰਾ ਸਿੰਘ। ਤੀਸਰਾ ਕਾਂਗਰਸ ਸੀ ਔਰ ਇੱਕ ਚੌਥਾ ਧੜਾ ਸੀ ਜਨ ਸੰਘ, ਜਿਹੜਾ ਮੁੱਖ ਧੜਾ ਸੀਗਾ। ਔਰ ਇਹਨਾਂ ਸਾਰਿਆਂ ਦੇ ਵਿਚਕਾਰ ਜਿਹੜਾ ਹੈਗਾ, ਤਿੰਨ ਧਿਰਾਂ ਇੱਕ ਪਾਸੇ ਹੋ ਗਈਆਂ ਔਰ ਚੌਥੀ ਧਿਰ ਜਿਹੜੀ ਸੀ ਇੱਕ ਪਾਸੇ ਸੀਗੀ। ਜਿਹੜੀ ਚੌਥੀ ਧਿਰ ਸੀਗੀ ਉਸਨੇ ਇਸ ਨੂੰ ਦਿਨ ਨੂੰ ਮਾਤਮ ਮਨਾਇਆ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਕਿ ਇਹ ਬੈਟਰੀਅਲ ਹੈ, ਅਸੀਂ ਇਹ ਸੜਿਆ ਆਂਡਾ ਹੈ, ਇਹ ਬਿੱਲ ਜਿਹੜਾ ਹੈ ਹਜ਼ਮ ਕਰਨ ਲਾਇਕ ਨਹੀਂ ਹੈ, ਇਟਸ ਐਨ ਇਲਿਸਿਟ ਚਾਈਲਡ ਮੇਡ ਬਾਈ ਦਾ ਇਨਕੰਪੀਟੈਂਟ ਮਿਡਵਾਈਫ। ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ। ਸੋ ਬੇਸਿਕਲੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਰੱਦ ਕੀਤਾ, ਪਰ ਦੂਸਰੇ ਧੜੇ ਦੇ ਅਕਾਲੀ ਦਲ ਨੇ, ਸੰਤ ਫਤਿਹ ਸਿੰਘ ਅਕਾਲੀ ਦਲ ਨੇ ਵਧਾਈ ਦਿੱਤੀ ਕਿ ਅੱਜ ਮੇਰੇ ਘਰ ਨਵਾਂ ਬੱਚਾ ਜੰਮਿਆ, ਸੋਹਣਾ ਬੱਚਾ ਜੰਮਿਆ, ਔਰ ਇੰਗਲੈਂਡ ਚਲੇ ਗਏ। ਔਰ ਬਾਅਦ ਵਿੱਚ ਆ ਕੇ ਉਹਨਾਂ ਨੇ ਜਦੋਂ ਇਸ ਬਿੱਲ ਨੂੰ ਪੜ੍ਹਿਆ, ਇਹਦਾ ਸਾਰਾ ਦੇਖਿਆ, ਫਿਰ ਉਹਨਾਂ ਨੇ ਦੁਹੱਥੜ ਜਿਹੜੇ ਦੁਹਾਈ ਦਿੱਤੀ, ਇਹ ਸਾਡੇ ਨਾਲ ਧੋਖਾ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਅਕਾਲੀ ਜਿਹੜੇ ਮੇਨ ਸੀ, ਦੋਨੋਂ ਧੜੇ, ਔਰ ਕਾਂਗਰਸ ਵੀ ਨਹੀਂ ਸੀ ਚਾਹੁੰਦੀ, ਜਨ ਸੰਘ ਵੀ ਨਹੀਂ ਸੀ ਚਾਹੁੰਦੀ। ਸੋ ਇਸ ਦਿਨ ਨੂੰ ਕਿਵੇਂ ਮਨਾਇਆ ਜਾਏ, ਕੀ ਕੀਤਾ ਜਾਏ, ਇਹ ਹੈ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਇਤਨਾ ਕੁਝ ਵਾਪਰਿਆ ਔਰ ਇਸ ਦਿਨ ਨੂੰ ਅਸੀਂ ਉਸ ਦੀ ਸੰਧਿਆ ਤੋਂ ਬਾਅਦ ਦੇ ਉਸ ਤਸ਼ੱਦਦ ਦੇ ਦਿਨ ਦੇ ਉੱਤੇ ਖੜੇ ਹਾਂ, ਜਿਹਦੇ ਵਿੱਚ ਪ੍ਰਧਾਨ ਮੰਤਰੀ ਦਾ ਕਤਲ ਹੁੰਦਾ ਔਰ ਹਜ਼ਾਰਾਂ ਸਿੱਖਾਂ ਦਾ ਕਤਲ ਹੁੰਦਾ। ਮੈਨੂੰ ਤਾਂ ਇੱਕ ਲਫ਼ਜ਼ ਯਾਦ ਆਉਂਦਾ ਹੈ, ਜ਼ੁਲਮ ਤੋਂ ਜ਼ੁਲਮ ਹੈ, ਬਰਪੇਗਾ तो थम जाएगा, ਲਹੂ ਤੋਂ ਲਹੂ ਹੈ, ਟਪਕੇਗਾ तो ਜਮ ਜਾਏਗਾ। ਇਹ ਜਿਹੜਾ ਖੂਨ ਜੰਮਿਆ ਹੈ, ਜਿਹਨੂੰ ਕਈ ਕਹਿੰਦੇ ਆ ਜੀ ਕਿ ਇਹਨੂੰ ਭੁੱਲ ਜਾਓ, ਇਤਿਹਾਸ ਨੇ ਭੁਲਾ ਦੇਣਾ, ਇਹ ਨਹੀਂ ਹੋਣਾ, ਬਲਕਿ ਇਤਿਹਾਸ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਉਹ ਖੂਨ ਦੇ ਧੱਬੇ ਵਾਂਗ ਜੰਮ ਚੁੱਕੀਆਂ ਔਰ ਰਹਿੰਦੀ ਸਦੀਆਂ ਤੱਕ ਇਹ ਨਹੀਂ ਮਿਟਣੀਆਂ ਹੈਗੀਆਂ। ਜੀ ਜੀ, ਮੈਂ ਸਮਝਦਾ ਹਾਂ ਕਿ ਡਾਕਟਰ ਸੁਬਰਾਮਨੀਅਮ ਸਵਾਮੀ ਨਾਲ ਜਦੋਂ ਤੁਸੀਂ ਇੰਟਰਵਿਊ ਕਰਦੇ ਹੋ ਤੇ ਕੁਝ ਤੱਥ ਉਹਨਾਂ ਨੇ ਪੇਸ਼ ਕੀਤੇ ਸੀਗੇ। ਮੈਂ ਤੁਹਾਡੇ ਤੋਂ ਉਹ ਹਵਾਲੇ ਜ਼ਰੂਰ ਲੈਣਾ ਚਾਹੂੰਗਾ, ਉਹ ਇੰਟਰਵਿਊ ਤੁਹਾਡੇ ਕੋਲ ਰਿਕਾਰਡਡ ਹੈ। ਤੇ ਦੂਜਾ, ਇੱਕ ਕਿਤਾਬ ਜਿਹਦਾ ਤੁਸੀਂ ਮੇਰੇ ਨਾਲ ਜ਼ਿਕਰ ਕਰ ਰਹੇ ਸੀ, ਉਹਦੇ ਵਿੱਚ ਵੀ ਇੰਦਰਾ ਗਾਂਧੀ ਨੂੰ ਲੈ ਕੇ ਕੁਝ ਟਿੱਪਣੀਆਂ ਨੇ, ਔਰ ਮੈਂ ਚਾਹੂੰਗਾ ਕਿ ਜੇਕਰ ਤੁਸੀਂ ਉਹ ਠੀਕ ਸਮਝੋ ਤਾਂ ਸਾਨੂੰ ਸੌਫਟ ਸ਼ਬਦਾਂ 'ਚ ਜ਼ਰੂਰ ਦੱਸੋ। ਜੀ, ਡਾਕਟਰ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਸੀ ਔਰ ਬੜੀ ਲੰਬੀ ਗੱਲਬਾਤ ਹੋਈ, 1 ਘੰਟੇ ਤੱਕ ਤਕਰੀਬਨ ਗੱਲ ਹੋਈ ਔਰ ਉਹਨਾਂ ਨੇ ਬੜੇ ਖੁੱਲ ਕੇ ਸਾਰੀਆਂ ਗੱਲਾਂ ਕੀਤੀਆਂ। ਡਾਕਟਰ ਸੁਬਰਾਮਨੀਅਮ ਸਵਾਮੀ ਕਹਿੰਦੇ ਕਿ ਮੈਂ ਸੰਤ ਜਰਨੈਲ ਸਿੰਘ ਨੂੰ ਮਿਲਿਆ, ਦਰਬਾਰ ਸਾਹਿਬ ਮੈਂ ਗਿਆ ਤੇ ਮੈਨੂੰ ਇਹ ਕਿਹਾ ਗਿਆ ਸੀ ਕਿ ਤੂੰ ਉੱਥੇ ਜਾਏਗਾ ਤੇ ਉੱਥੇ ਬੰਬ ਬਣਾਉਣ ਦੀ ਫੈਕਟਰੀ ਹੈ। ਕਹਿੰਦਾ ਮੈਂ ਉਹ ਫੈਕਟਰੀ ਦੇਖਣਾ ਚਾਹੁੰਦਾ ਸੀ ਔਰ ਮੈਂ ਉਹ ਫੈਕਟਰੀ ਦੇਖੀ ਜਿੱਥੇ ਬੰਬ ਬਣ ਰਹੇ ਸੀਗੇ। ਉਹ ਕਿਹੜੀ ਫੈਕਟਰੀ ਸੀ? ਉੱਥੇ ਇੱਕ ਚਾਹ ਦੀ ਕੇਟਲੀ ਪਈ ਹੋਈ ਸੀ ਔਰ ਇੱਕ ਸਟੋਵ ਪਿਆ ਸੀਗਾ, ਇੱਕ ਮੰਜੀ ਡੱਠੀ ਹੋਈ ਸੀ ਔਰ ਇੱਕ ਤਸਵੀਰ ਸੀਗੀ। ਕਹਿੰਦਾ ਇਹ ਉਹ ਬੰਬ ਬਣਾਉਣ ਦੀ ਫੈਕਟਰੀ ਸੀ ਜਿਹੜੀ ਮੈਂ ਖੁਦ ਦੇਖੀ।
ਔਰ ਉਹਨਾਂ ਨੇ ਇੱਕ ਬੜੀ ਦਿਲਚਸਪ ਗੱਲ ਇਹ ਕਹੀ, ਕਹਿਣ ਲੱਗੇ ਕਿ ਮੈਂ ਸੰਤ ਜੀ ਨੂੰ ਕਿਹਾ ਕਿ ਤੁਸੀਂ ਹਿੰਦੂਆਂ ਦੇ ਬਾਰੇ ਕਿਉਂ ਨਹੀਂ ਗੱਲ ਕਰਦੇ, ਤੁਸੀਂ ਸਿੱਖਾਂ ਦੀ ਗੱਲ ਕਿਉਂ ਕਰਦੇ ਹੋ? ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਕਿ ਤੂੰ ਹਿੰਦੂ ਹੈ? ਕਹਿੰਦੇ ਮੈਂ ਕਿਹਾ ਹੈ। ਉਹਨਾਂ ਨੇ ਕਹਿੰਦੇ ਇੱਕ ਫੋਟੋ ਲੈ ਆਏ, ਸ਼ੰਕਰ ਭਗਵਾਨ ਦੀ ਕਹਿੰਦੇ ਫੋਟੋ ਸੀ, ਸੁਬਰमण्यम स्वामी कहते हैं, कहते इनका जूड़ा देख रहे हो, इनकी चोटी देख रहे हो? कहते हाँ। कहता तुम्हारी कहाँ है, तुम कैसे इनके पैरोकार हो? उन्हें फिर नाल ये किया, कहता है कि अगर संत जरनैल सिंह सही मायने दे विच संत सी, और बड़े इंफैटिकली कई बारी किया कि वो संत सी, मैं खुद देखा ਕਿਵੇਂ ਕਿਸੇ ਹਿੰਦੂ ਲੜਕੀ ਦੀ ਮਦਦ ਕਰ ਰਹੇ ਸੀ, ਉਹਦੇ ਸਹੁਰਿਆਂ ਵੱਲੋਂ ਤੰਗ ਕਰਨ, ਤੇ ਉਹ ਸਾਰੀਆਂ ਗੱਲਾਂ ਉਹਨੇ ਦੱਸੀਆਂ। ਪਰ ਉਹਦੇ ਚ ਮੁੱਖ ਗੱਲ ਉਹਨੇ ਇਹ ਕਹੀ, ਕਹਿੰਦਾ ਕਿ ਮੈਨੂੰ ਇੰਦਰਾ ਗਾਂਧੀ ਮਿਲੀ ਪਾਰਲੀਮੈਂਟ ਦੇ ਕੋਰੀਡੋਰ ਵਿੱਚ ਔਰ ਕਹਿਣ ਲੱਗੀ ਇਹ ਮੁਝੇ ਛੋੜेंगे नहीं। ਇਹ ਬਹੁਤ ਬੜੀ ਬਾਤ ਹੈ। ਔਰ ਇਹੀ ਗੱਲ ਹੂ ਬਹੂ ਹੋਰ ਵੀ ਕਈ ਹਵਾਲਿਆਂ ਨਾਲ, ਪਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਖਵਾਜਾ ਅਹਿਮਦ ਅਬਾਸ ਜਿਹੜੇ ਆਰ.ਕੇ. ਕਰੰਜੀਆ ਦੇ ਬਲਿਟਸ ਕਿਤਾਬ ਦੇ ਜਿਹੜੇ ਉਹਦੇ ਸਬ ਐਡੀਟਰ ਸਨ, ਅਖੀਰਲਾ ਪੰਨਾ ਲਿਖਦੇ ਸੀ, ਉਹਨਾਂ ਨੇ ਕਿਤਾਬ ਲਿਖੀ ਹੈ ਦ ਲਾਸਟ ਪੋਸਟ। ਉਹਦੇ 'ਚ ਬੜਾ ਵੇਰਵਾ ਦਿੱਤਾ ਹੈ। ਕਹਿੰਦੇ ਕਿ ਉੱਥੇ ਪ੍ਰਧਾਨ ਮੰਤਰੀ ਹਾਊਸ ਦੇ ਵਿੱਚ ਕਾਫੀ ਲੋਕ ਇੰਤਜ਼ਾਰ ਕਰ ਰਹੇ ਸੀ। ਇੰਦਰਾ ਗਾਂਧੀ ਲੰਚ ਦੇ ਬਾਅਦ 2 ਵਜੇ ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਕਦੀ ਨਹੀਂ ਸੀ ਸੌਂਦੀ, ਪਰ ਇੱਕਦਮ ਦੇਖਿਆ ਕਿ ਸੁੱਤੀ ਪਈ ਹੈ। ਸਾਰੇ ਘਬਰਾ ਗਏ, ਕੀ ਹੋ ਗਿਆ, ਕੀ ਨਹੀਂ ਹੋ ਗਿਆ। ਕਹਿੰਦੇ ਅਚਾਨਕ ਉਹ ਬੜਬੜਾਉਣ ਲੱਗ ਪਈ ਕਿ ਜਿਵੇਂ ਬਹੁਤ ਭਿਆਨਕ ਸੁਪਨਾ ਦੇਖ ਰਹੀ ਹੈ। ਕਹਿੰਦਾ ਉਸ ਤੋਂ ਬਾਅਦ ਅਚਾਨਕ ਉੱਠੀ ਹੈ ਤੇ ਘਬਰਾਈ ਹੋਈ ਔਰ ਬੜਾ ਬੋਲੀ ਜਾ ਰਹੀ, ਕਹਿੰਦੀ ਹੈ ਮੈਂ ਇੱਕ ਬਹੁਤ ਭਿਆਨਕ ਸੁਪਨਾ ਦੇਖਿਆ ਕਿ ਇੱਕ ਸਟੇਨਗਨ ਔਰ ਇੱਕ ਰਿਵਾਲਵਰ ਲੈ ਕੇ ਮੈਨੂੰ ਮਾਰਨ ਆਏ ਆ। ਇਹਦਾ ਮਤਲਬ ਇਹ ਹੋ ਗਿਆ ਕਿ ਉਹੀ ਜਿਹੜੀ ਗੱਲ ਕਹਿ ਰਹੇ ਆ ਕਿ ਉਹ ਜਿਹੜਾ ਡਰੀਏ ਜੇ ਡਰ ਹੋਵੇ ਹੋਰ, ਡਰਨਾ ਡਰਨਾ ਮਨ ਕਾ ਸੋਰ, ਗੁਰਬਾਣੀ ਵੀ ਕਹਿੰਦੀ ਹੈ। ਉਹ ਮਨ ਦੇ ਵਿੱਚੋਂ ਆਵਾਜ਼ਾਂ ਉੱਠਦੀਆਂ ਜਿਹੜੀਆਂ ਉਹ ਕਿਸੇ ਨੂੰ ਚੁੱਪ ਨਹੀਂ ਕਰਨ ਦਿੰਦੀਆਂ। ਪਰ ਉਹਦੇ ਨਾਲ ਉਹਦਾ ਇਹ ਵੀ ਕਹਿਣਾ ਸੀਗਾ ਕਈ ਵਾਰੀ ਕਿ ਮੈਨੇ ਇਹ ਮੁਝੇ ਨਹੀਂ ਕਹਾ ਗਿਆ ਥਾ, ਮੁਝੇ ਨਹੀਂ ਬਤਾਇਆ ਗਿਆ ਥਾ ਇਹ। ਤੇ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਐਡਵਾਈਜ਼ਰ ਸੀਗੇ ਉਹਨਾਂ ਨੇ ਉਹਨੂੰ ਕੈਸੀ ਰਾਏ ਦਿੱਤੀ, ਕੀ ਕਿਹਾ ਔਰ ਕੀ ਨਹੀਂ ਕਿਹਾ। ਜਿਹੜੇ ਉਹਦੇ ਕਲੋਜ਼ ਸੀਗੇ ਉਹਨਾਂ ਨੇ ਕੈਸੀ ਰਾਏ ਦਿੱਤੀ। ਪਰ ਇਹ ਜਿਹੜੀ ਟ੍ਰੈਜਡੀ ਸੀ, ਇੱਕ ਦੇ ਬਾਅਦ ਇੱਕ ਉਹਦਾ ਹਵਾਲਾ ਫਿਰ ਉਹਦੇ ਬਾਅਦ ਇਸ ਦੇਸ਼ ਨੂੰ ਐਸਾ ਭੁਗਤਣਾ ਪਿਆ ਜਿਹਦਾ ਕੋਈ ਮੇਰਾ ਖਿਆਲ ਹੈ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਹੋਰ ਕੋਈ ਹਵਾਲਾ ਨਹੀਂ ਹੋ ਸਕਦਾ। ਆਪਣੇ ਹੀ ਮੁਲਕ ਦੇ ਵਿੱਚ ਇਸ ਤਰੀਕੇ ਨਾਲ ਹੋ ਜਾਏ। ਜੀ ਲਾਂਬਾ ਸਾਹਿਬ, ਅੱਜ ਨਿਊ ਪੰਜਾਬ ਡੇ ਕਹਿੰਦੇ ਨੂੰ, ਜਿੰਨਾ ਕਿ ਮੈਂ ਆਪਣੇ ਅੱਗੇ ਵਧਦਿਆਂ ਉਮਰ ਹਯਾਤੀ ਦੇ ਵਿੱਚ ਸੁਣਿਆ, ਜੀ ਮੈਨੂੰ ਇਹ ਦੱਸਿਓ ਕਿ ਉਸ 66 ਤੋਂ ਪਹਿਲਾਂ ਦੇ ਘਟਨਾਵਾਂ ਦੇ ਵਿੱਚ ਕੌਣ ਕੌਣ ਕਿੱਥੇ ਖੜਾ ਸੀ, ਔਰ ਸੱਚਮੁੱਚ ਜੋ ਅਸੀਂ ਚਿਤਵ ਰਹੇ ਹਾਂ, ਜੋ ਅਸੀਂ ਵੇਖ ਰਹੇ ਹਾਂ, ਜੋ ਅਸੀਂ ਹੰਢਾ ਰਹੇ ਹਾਂ, ਇਹੀ ਸੋਚਿਆ ਗਿਆ ਸੀ ਤੇ ਇਹੀ ਸੀ ਨਵਾਂ ਪੰਜਾਬ, ਇਹੀ ਦੌਰ ਅਸੀਂ ਜੀਣੇ ਸੀ? ਬਿਲਕੁਲ ਨਹੀਂ, ਬਿਲਕੁਲ ਨਹੀਂ। ਦਰਅਸਲ ਰੰਧਾਵਾ ਸਾਹਿਬ, ਇਹਦੀ ਬੁਨਿਆਦ ਜੇ ਅਸੀਂ ਬੜੀ ਸਪਸ਼ਟਵਾਦਿਤਾ ਨਾਲ ਗੱਲ ਕਰੀਏ, ਜਿਸ ਚੀਜ਼ ਦੀ ਬੁਨਿਆਦ ਜਿਹੜੀ ਹੋਏਗੀ, ਬੀਜ ਜਿਹੜਾ ਬੀਜਿਆ ਗਿਆ ਸੀ, ਫਲ ਉਦਾਂ ਦਾ ਹੀ ਹੋਏਗਾ। ਇਹ ਬੜੀ ਸਪਸ਼ਟ ਗੱਲ ਹੈ। ਹਿੰਦੁਸਤਾਨ ਦੀ ਵੰਡ, ਭਾਰਤ ਦੀ ਵੰਡ ਜਿਹੜੀ ਸੀ, ਉਹ ਫਿਰਕੇਦਾਰਾਨਾ ਆਧਾਰ ਤੇ ਹੋਈ ਸੀ, ਕਮਿਊਨਲ ਵੰਡ ਸੀ। ਉਹਦੇ ਵਿੱਚ 2 ਨੇਸ਼ਨ ਥਿਊਰੀ ਨੂੰ ਕਾਂਗਰਸ ਨੇ ਕਿਹਾ ਸੀ ਅਸੀਂ ਨਹੀਂ ਮੰਨਾਂਗੇ, ਬਾਅਦ ਵਿੱਚ ਉਹਨਾਂ ਨੇ ਮੰਨ ਲਈ। ਜਦੋਂ ਮੰਨ ਲਈ, ਇਹਦਾ ਮਤਲਬ ਹੈ ਕਮਿਊਨਲ ਬੇਸਿਸ ਦੇ ਉੱਤੇ ਦੇਸ਼ ਦੀ ਵੰਡ ਹੋਈ। ਉਸ ਤੋਂ ਪਹਿਲੇ 3 ਧਿਰਾਂ ਸੀਗੀਆਂ, ਮੁਸਲਿਮ ਲੀਗ, ਔਰ ਤੁਸੀਂ ਹੈਰਾਨ ਹੋਵੋਗੇ ਕਾਂਗਰਸ ਨਹੀਂ ਸੀ ਲਿਖਿਆ ਜਾਂਦਾ, ਹਿੰਦੂ ਕਾਂਗਰਸ ਲਿਖਿਆ ਜਾਂਦਾ ਸੀ, ਔਰ ਤੀਜੀ ਧਿਰ ਸੀ ਅਕਾਲੀ ਜਿਹੜੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਸੀਗੀ। ਇਹ 3 ਧਿਰਾਂ ਸੀਗੀਆਂ। ਖੈਰ ਉਹ ਕਿਵੇਂ ਹੋਈ ਵੰਡ, ਕੀ ਹੋਇਆ? ਵੰਡਿਆ ਗਿਆ, ਹਿੰਦੁਸਤਾਨ ਵੰਡਿਆ ਗਿਆ। ਪੰਜਾਬ ਜਦੋਂ ਵੰਡਿਆ ਗਿਆ, ਪੰਜਾਬ ਦੀ ਵੰਡ ਹੋਈ। ਹਾਲਾਂ ਪੰਜਾਬ ਜਿਹੜਾ ਪੂਰੇ ਦਾ ਪੂਰਾ ਪਾਕਿਸਤਾਨ ਵਿੱਚ ਜਾ ਰਿਹਾ ਸੀ, ਜਿਹੜਾ ਕਾਂਗਰਸ ਔਰ ਲੀਗ ਨੇ ਮੰਨ ਲਿਆ, ਪਰ ਇਹ ਸਿੱਖਾਂ ਦੀ ਉਹਦੀ ਬਦੌਲਤ ਹੋਇਆ ਕਿ ਪੰਜਾਬ ਦੀ ਵੰਡ ਕੀਤੀ ਗਈ। ਹੁਣ ਪੰਜਾਬ ਜਿਹੜਾ ਆ ਗਿਆ, ਇਸ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ, ਕਾਂਗਰਸ ਵਰਕਿੰਗ ਕਮੇਟੀ, ਵੱਲਭ ਭਾਈ ਪਟੇਲ, ਇੱਕ ਵਾਰੀ ਨਹੀਂ ਬਾਰ-ਬਾਰ ਸਾਰੇ ਹਵਾਲੇ ਲਿਖਤੀ ਹੈ ਕਿ ਆਜ਼ਾਦ ਦੇਸ਼ ਦੇ ਵਿੱਚ ਅਸੀਂ ਹਰ ਫਿਰਕੇ ਨੂੰ, ਹਰ ਮਜ਼ਹਬ ਨੂੰ, ਹਰ ਕਮਿਊਨਿਟੀ ਨੂੰ
ਪੂਰੀ ਆਟੋਨਮੀ ਹੋਏਗੀ ਔਰ ਜੇ ਉਹ ਮੁਲਕ ਤੋਂ ਬਾਹਰ ਜਾਣਾ ਚਾਹਣ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਨਾਲ ਇੱਕ ਇਹ ਵਾਅਦਾ ਵੀ ਸੀ ਕਿ ਨਵੇਂ ਭਾਰਤ ਦੇ ਵਿੱਚ ਲਿੰਗੁਇਸਟਿਕ ਬੇਸਿਸ ਦੇ ਉੱਤੇ ਅਸੀਂ ਸੂਬਿਆਂ ਦੀ ਵੰਡ ਕਰਾਂਗੇ। ਜਦੋਂ ਹੋਇਆ, ਜਦੋਂ ਗੱਲ ਹੋਈ, ਬਾਕੀਆਂ ਦੀ ਤੇ ਕਹਿਤੀ, ਸਰਦਾਰ ਪਟੇਲ ਨੇ ਬੜੇ ਖੁੱਲੇ ਲਫ਼ਜ਼ਾਂ ਵਿੱਚ ਕਹਿਤਾ, ਨਹਿਰੂ ਨੇ, ਬਾਕੀ ਅਸੀਂ ਸਾਰਾ ਕੁਝ ਕਰ ਲਾਂਗੇ, ਪੰਜਾਬ ਦੀ ਵੰਡ ਕਿਸੇ ਕੀਮਤ ਦੇ ਉੱਤੇ ਨਹੀਂ ਕਰਾਂਗੇ। ਉਹਦਾ ਕਾਰਨ ਇਹ ਸੀ, ਪੰਜਾਬ ਦੀ ਜਿਹੜੀ ਤਬਾਦਲਾ ਹੋਇਆ ਆਬਾਦੀ ਦਾ, ਉਹਦੇ 'ਚ ਇੱਕ ਧਿਰ ਹੋਰ ਸੀ ਜਿਹਦੀ ਕੋਈ ਨਾ ਸਰਕਾਰ ਸੀ ਪਰ ਉਹਦੇ ਬੰਦੇ ਦੋਨੋਂ ਪਾਰਟੀਆਂ ਵਿੱਚ ਸੀਗੇ, ਉਹ ਸੀ ਆਰੀਆ ਸਮਾਜ। ਉਹਦੇ ਵਿੱਚ ਉਹ ਕਾਂਗਰਸ ਵਿੱਚ ਵੀ ਸੀਗੇ ਔਰ ਜਨਸੰਘ ਵਿੱਚ ਵੀ ਸੀਗੇ, ਉਹ ਪ੍ਰਭਾਵਸ਼ਾਲੀ ਸਨ। ਉਹਨਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਕਿ ਪੰਜਾਬੀ ਬੋਲਦਾ ਇਲਾਕਾ ਤੇ ਵੈਸਟ ਪੰਜਾਬ ਵਿੱਚ ਚਲਾ ਗਿਆ, ਉਹ ਤੇ ਚਲਾ ਗਿਆ, ਹੁਣ ਇਹ ਤਾਂ ਹਿੰਦੀ ਭਾਸ਼ਾ। ਫਿਰ ਕਹਿਤਾ ਇਹ ਤਾਂ ਹਿੰਦੀ ਭਾਸ਼ਾ ਹੀ, ਇਹ ਪੰਜਾਬੀ ਭਾਸ਼ਾ ਹੀ ਨਹੀਂ ਹੈਗੀ, ਇਹ ਤਾਂ ਇੱਕ ਡਾਇਲੈਕਟ ਹੈ। ਫਿਰ ਉਹਨਾਂ ਦੇ ਸਵਾਮੀ ਦਇਆਨੰਦ ਨੇ ਜਿਵੇਂ ਲਿਖ ਦਿੱਤਾ ਸੀ ਕਿ ਗੁਰੂ ਨਾਨਕ ਦੇਵ ਜੀ ਤੋਂ ਪੜ੍ਹੇ ਲਿਖੇ ਨਹੀਂ ਸੀ, ਉਹ ਤੇ ਪਿੰਡਾਂ ਦੀ ਭਾਸ਼ਾ ਸੀ ਜਾਣਦੇ, ਯਾਨੀ ਪੰਜਾਬੀ ਬੋਲੀ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਜਦੋਂ ਹੋਇਆ, ਹੁਣ ਇਸ ਦਾ ਮਤਲਬ ਸਿਰਫ ਇਸ ਕਰਕੇ ਹੋ ਗਿਆ ਕਿ ਇਹਦੀ ਵਿਰੋਧਤਾ ਫਿਰਕੇਦਾਰਾਨਾ ਕੀਤੀ ਜਾ ਰਹੀ ਸੀ, ਕਮਿਊਨਲ, ਕਿ ਇਹ ਸਿੱਖਾਂ ਦੀ ਭਾਸ਼ਾ ਹੈ, ਇਹਨੂੰ ਅਸੀਂ ਨਹੀਂ ਪੜ੍ਹਨਾ। ਔਰ ਇਹ ਵੱਧਦੀ ਇਸ ਦੇ ਚੋਂ ਇਤਨਾ ਜ਼ਿਆਦਾ ਹੋਇਆ। ਮਗਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ, ਇਸ ਦੌਰਾਨ ਵੱਖ-ਵੱਖ ਸਿੱਖ ਲੀਡਰਸ਼ਿਪ ਚੋਂ ਬੰਦੇ ਆਉਂਦੇ ਰਹੇ, ਆਏ, ਬੜੇ ਆਏ, ਪਰ ਹਰ ਵਾਰੀ ਹੁੰਦਾ ਰਿਹਾ, ਸ਼ਾਇਦ ਅੱਗੋਂ ਵੀ ਇਦਾਂ ਹੀ ਹੋਏਗਾ। ਔਰ ਇਹ ਸ਼ਾਇਦ ਸਿਸਟਮ ਹੈ ਕਿ ਜਿਵੇਂ ਕਿਹਾ ਗਿਆ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਸਾਮ ਦਾਮ ਔਰ ਦੰਡ ਸਭੇਦਾ, ਇਹ 4 ਤਰੀਕੇ ਵਰਤ ਕੇ, ਚਾਣਕਿਆ ਨੇ ਵੀ ਕਿਹਾ, ਰਾਜ ਕੀਤਾ ਜਾਂਦਾ ਹੈ। ਉਹ ਤਰੀਕੇ ਵਰਤ ਕੇ ਸਾਮ ਦਾਮ ਦੰਡ ਭੇਦ ਚਾਰੋਂ ਵਰਤੇ ਗਏ। ਜਿਹੜੇ ਸਿੱਖਾਂ ਦੇ ਆਗੂ ਜਿਹੜੇ ਜਾ ਕੇ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਬੈਠਦੇ ਸੀ, ਉਹ ਸਾਰੇ ਦੇ ਸਾਰੇ ਸਰਕਾਰ ਵੱਲੋਂ ਉਹਨਾਂ ਨੂੰ ਨਵਾਜਿਆ ਗਿਆ। ਮੈਂ 4 ਐਗਜ਼ਾਮਪਲ ਦਿਆਂਗਾ ਇਹਦੇ ਤੇ। ਡਾਕਟਰ DC ਪਾਵਟੇ ਜਿਹੜਾ ਗਵਰਨਰ ਰਿਹਾ, ਉਹਨੇ ਕਿਤਾਬ ਲਿਖੀ ਹੈ ਮਾਈ ਡੇਜ਼ ਐਜ਼ ਗਵਰਨਰ, DC ਪਾਵਟੇ। ਉਹ ਕਹਿੰਦਾ ਅਕਾਲੀਆਂ ਨੂੰ ਜਦੋਂ ਇਹ ਪਾਵਰ ਵਿੱਚ ਆਉਂਦੇ ਆ, ਇਹਨਾਂ ਨੂੰ ਪੋਲੀਟੀਕਲ ਪੈਰਾਲਿਸਿਸ ਹੋ ਜਾਂਦਾ ਹੈ। ਕਹਿੰਦਾ ਜਦੋਂ ਇਹ ਹਟਦੇ ਆ ਪਾਵਰ ਚੋਂ, ਇਹ ਫਿਰ ਆਰਕਾਈਵ ਚੋਂ ਜਾ ਕੇ ਮਿੱਟੀ ਝਾੜ ਕੇ ਪੁਰਾਣੇ ਮਤੇ ਕੱਢ ਲਿਆਂਦੇ, ਫਿਰ ਉਹ ਮੰਗ ਸ਼ੁਰੂ ਕਰ ਦਿੰਦੇ ਆ। ਪਰ ਇੱਕ ਚੀਜ਼ ਬੜੀ ਗਲੇਅਰਿੰਗ ਸਾਹਮਣੇ ਆ ਰਹੀ ਹੈ ਕਿ ਜਿਹੜੇ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਗਏ, ਜਿਹੜੇ ਬੰਦੇ ਗਏ, ਉਹਨਾਂ ਸਾਰਿਆਂ ਨੂੰ ਮੰਗ ਤੇ ਪੂਰੀ ਨਹੀਂ ਹੋਈ ਕਮਿਊਨਿਟੀ ਦੀ, ਉਹਨਾਂ ਨੂੰ ਅਹੁਦੇ ਮਿਲ ਗਏ। ਮੈਂ ਬੜਾ ਕਲੀਅਰ ਹਾਂ, ਭਾਈ ਜੋਤ ਸਿੰਘ ਇੰਨੇ ਵਿਦਵਾਨ ਹੈ, ਇੰਨੇ ਸਕਾਲਰ ਹੈ, ਪੰਜਾਬੀ ਨੂੰ ਜਾਣਦੇ ਹੈ, ਉਹਨਾਂ ਨੇ ਕਹਿ ਦਿੱਤਾ ਕਿ ਪੰਜਾਬੀ ਜਿਹੜੀ ਹੈ ਉਹ ਦੇਵਨਾਗਰੀ 'ਚ ਲਿਖੀ ਜਾ ਸਕਦੀ ਹੈ। ਇਹਦੇ ਤੇ ਬਲਰਾਜ ਸਾਹਨੀ ਨੇ ਕਿਹਾ ਕਿ ਬੜੀ ਸੋਹਣੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ, ਇੰਨੇ ਵਿਦਵਾਨ ਹੈ, ਇਹ ਕਹਿੰਦੇ ਕਿ ਇਹਦੇ ਨਾਲ ਦੇਸ਼ ਦੀ ਏਕਤਾ ਵਧੇਗੀ। ਕਹਿੰਦੇ ਫਿਰ ਇਦਾਂ ਕਰੋ, ਹਿੰਦੀ ਨੂੰ ਉੜੀਆ 'ਚ ਲਿਖੋ, ਉੜੀਆ ਨੂੰ ਤੇਲਗੂ 'ਚ ਲਿਖੋ, ਤੇਲਗੂ ਨੂੰ ਕੰਨੜ, ਕੰਨੜ ਨੂੰ ਉਰਦੂ, ਉਰਦੂ ਨੂੰ ਸੰਸਕ੍ਰਿਤ 'ਚ ਲਿਖੋ, ਬੜੀ ਏਕਤਾ ਹੋ ਜਾਏਗੀ। ਭਾਈ ਜੋਤ ਸਿੰਘ, ਹੁਕਮ ਸਿੰਘ, ਇਹਨਾਂ ਨੂੰ ਸਪੀਕਰ ਬਣਾ ਦਿੱਤਾ, ਉਹਦੇ ਬਾਅਦ ਇਹਨਾਂ ਨੂੰ ਗਵਰਨਰ ਬਣਾ ਦਿੱਤਾ। ਔਰ ਇਹਨਾਂ ਨੇ ਲਿਖਿਆ ਆਪਣੀ ਕਿਤਾਬ ਦੇ ਵਿੱਚ, ਇਹਨਾਂ ਦੀ ਸਪੀਚ ਹੈ ਪਾਰਲੀਮੈਂਟ ਵਿੱਚ, ਕਿ ਮੈਂ ਪੰਜਾਬੀ ਸੂਬੇ ਦੀ ਮੰਗ ਸ਼ੁਰੂ ਕਰਨ ਵਾਲਾ ਸੀ, ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ, ਜੇ ਇਹਦੀ ਸਜ਼ਾ ਮੌਤ ਹੈ ਮੈਂ ਉਹਦੇ ਲਈ ਤਿਆਰ ਹਾਂ। ਮੈਨੂੰ ਪਤਾ ਲੱਗਾ ਸਿੱਖਾਂ ਨੂੰ ਹਿੰਦੂ ਲਾ ਦੇ ਵਿੱਚ ਮੰਨਿਆ ਜਾਂਦਾ ਹੈ, ਐਡੀ ਵੱਡੀ ਕੌਮ ਅਗਰ ਸਾਨੂੰ ਆਪਣਾ ਹਿੱਸਾ ਮੰਨਦੀ ਹੈ ਤੇ ਕੀ ਹਰਜ। ਸਰ ਗਿਆਨ ਸਿੰਘ ਰਾੜੇਵਾਲਾ ਕੈਰੋਂ ਵਜ਼ਾਰਤ ਦੇ ਵਿੱਚ ਚਲੇ ਗਏ। ਜਿਹੜਾ ਪ੍ਰਤਾਪ ਸਿੰਘ ਕੈਰੋਂ ਖੁਦ ਅਕਾਲੀ ਦਲ ਦੇ ਖਰਚੇ ਤੇ ਪੜਨ ਬਾਹਰ ਗਿਆ, ਉਹਨੂੰ ਲਗਾਇਆ ਗਿਆ ਅਕਾਲੀਆਂ ਨੂੰ ਕੁੱਟਣ ਵਾਸਤੇ। ਜਿਸ ਨੇ ਤੋੜ ਵੀ ਸਾਰਾ ਕੁਝ ਟਾਰਚਰ ਕੀਤਾ, ਉਹ ਸਰ ਗਿਆਨ ਸਿੰਘ ਰਾੜੇਵਾਲਾ ਉਹਦੇ ਚਲੇ ਗਏ। ਗਿਆਨੀ ਕਰਤਾਰ ਸਿੰਘ ਪਹਿਲਾ ਸ਼ਖਸ ਸੀ ਜਿਹੜਾ ਹਰ ਵੇਲੇ ਸਾਰੀਆਂ ਮੰਗਾਂ ਦੇ ਸ਼ੁਰੂ ਕਰਨ ਵਾਲੇ ਸੀ। ਜਦੋਂ ਬਾਕੀ ਲੀਡਰਸ਼ਿਪ ਜੇਲ੍ਹ 'ਚ, ਉਹਨਾਂ ਨੇ ਲਿਖ ਕੇ ਦੇ ਦਿੱਤਾ ਸਾਨੂੰ ਵੱਖਰਾ ਫਰੈਂਚਾਈਜ਼ ਨਹੀਂ ਚਾਹੀਦਾ, ਉਹਨਾਂ ਨੂੰ ਵੀ ਕੈਰੋਂ ਵਜ਼ਾਰਤ ਹੀ ਦੇ ਦਿੱਤਾ। ਸਰਕਾਰ ਇਸ ਦੇ ਬਾਅਦ ਇਹ ਕਰਦੀ ਰਹੀ ਕਿ ਕੋਈ ਨਾ ਕੋਈ ਛਿਣਕਣਾ ਹੱਥ 'ਚ ਫੜਾਉਂਦੀ ਰਹੀ। ਭੀਮ ਸਿੰਘ ਸੱਚਰ ਆਏ, ਇੱਕ ਸੱਚਰ ਫਾਰਮੂਲਾ ਦੇ ਦਿਓ। ਉਹਦੇ ਬਾਅਦ ਥੋੜੀ ਦੇਰੀ ਬਾਅਦ ਫਿਰ ਨਹੀਂ ਗੱਲ ਬਣੀ, ਫਿਰ ਇਹਨਾਂ ਨੇ 1949 ਚ ਸੱਚਰ ਫਾਰਮੂਲਾ ਦੇ ਦਿੱਤਾ, 1956 ਚ ਰੀਜਨਲ ਫਾਰਮੂਲਾ ਦੇ ਦਿੱਤਾ। ਉਹਦੇ ਬਾਅਦ ਮਹਾਰਾਸ਼ਟਰ ਦੀ ਵੀ ਵੰਡ ਹੋਈ ਹੈ, ਜਿਹਦੇ ਚ ਮਹਾਰਾਸ਼ਟਰ ਗੁਜਰਾਤ ਹੋਇਆ, ਆਂਧਰਾ ਦੀ ਹੋਈ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਫ਼ ਲਫ਼ਜ਼ਾਂ 'ਚ ਕਹਿਤਾ, ਮੈਂ ਬਾਕੀ ਸਭ ਕੁਝ ਮੰਨ ਜਾਗਾ, ਮਗਰ ਮੈਂ ਪੰਜਾਬ ਇੱਕ ਸਰਹੱਦੀ ਸੂਬਾ ਹੈ, ਮੈਂ ਇਹਨੂੰ ਕਿਸੇ ਕੀਮਤ ਦੇ ਉੱਤੇ ਨਹੀਂ ਮੰਨਾਂਗਾ। ਇਤਨੀ ਇੰਫੈਟਿਕਲੀ ਜਦੋਂ ਕਿਹਾ। ਔਰ ਇੱਕ ਹੋਰ ਰਿਕਾਰਡ ਦੇ ਉੱਤੇ ਹੈ
ਅਫੀਸ਼ੀਅਲੀ ਜਿਹੜਾ ਛਾਪਿਆ ਗਿਆ ਪਟੇਲਸ ਕੋਰਸਪੋਂਡੈਂਸ ਦੇ ਵਿੱਚ, ਪਟੇਲ ਨੇ ਮਾਸਟਰ ਤਾਰਾ ਸਿੰਘ ਨੂੰ ਵਾਰਨਿੰਗ ਦਿੱਤੀ ਹੈ, ਮੈਂ ਤੈਨੂੰ ਵਾਰਨ ਕਰਦਾ, ਤੇ ਉਹਦਾ ਜਵਾਬ ਵੀ ਹੈਗਾ, ਉਹ ਵੀ ਲਿਖਤੀ ਹੈ। ਉਹ ਕਹਿੰਦਾ ਕਿਹਨੂੰ ਧਮਕੀਆਂ ਦਿੰਦੇ, ਉਸ ਕਲਗੀ ਵਾਲੇ ਦੇ ਸਿੱਖ ਨੂੰ ਜਿਸ ਨੇ ਘਰ ਕਾੜ ਬੱਚਾ ਵਾਰ ਕੇ ਤੇ ਉਹਨੇ ਜ਼ਫਰਨਾਮਾ ਲਿਖਿਆ। ਕਹਿੰਦਾ ਕਿੱਧਰ ਗਿਆ ਨੌਰੰਗਾ ਤੁਰਕੜਾ ਜਿਨ ਖਿੱਚਿਓ ਹੰਕਾਰਾ, ਕਿੱਧਰ ਗਿਆ ਕਾਬਲੀ ਕੁੱਤਾ ਖਾਲਸੇ ਦੀ ਟੰਗੀ ਪੈਣ ਵਾਲਾ, ਮੈਂ ਜਿੱਤਾਂਗਾ, ਜੀਂਦਿਆਂ ਜੀ ਜਿੱਤਾਂ, ਮਰਨ ਦੇ ਬਾਅਦ ਜਿੱਤਾਂ, ਜਿੱਤ ਖਾਲਸਾ ਪੰਥ ਦੀ ਹੋਏਗੀ। ਇਹ ਇਤਨਾ ਕੁਝ ਜਿਹੜਾ ਵਾਪਰਦਾ ਰਿਹਾ। ਉਹਦੇ ਬਾਅਦ ਫਿਰ ਜਿਸ ਵੇਲੇ ਇਹ ਪੰਜਾਬੀ ਸੂਬੇ ਦਾ ਐਲਾਨ ਕਰਨਾ ਸੀ, ਰੀਜਨਲ ਫੋਰਸ, ਸਾਰੀਆਂ ਚੀਜ਼ਾਂ ਫੇਲ ਹੋ ਗਈਆਂ, ਕਦੀ ਯੂਨੀਵਰਸਿਟੀ ਦੇ ਦਿਓ, ਕਦੀ ਇਹ ਕਰ ਦਿਓ, ਫਲਾਣਾ ਕਰ ਦਿਓ। ਅਖੀਰ ਦੇ ਵਿੱਚ ਸ਼ਾਸਤਰੀ ਜੀ ਜਦੋਂ ਬਣੇ, ਇੱਕੋ ਇੱਕ ਸ਼ਖਸ ਸੀ ਜਿਹਦਾ ਜਾਪਦਾ ਹੈ ਉਹ ਰਿਕਾਰਡ ਦੇਖ ਕੇ ਉਹ ਸਿੰਸੀਅਰਲੀ ਚਾਹੁੰਦਾ ਸੀ ਕਿ ਮੈਂ ਇਹ ਪੰਜਾਬੀ ਸੂਬੇ ਦੀ ਮੰਗ ਜਾਇਜ਼ ਹੈ। ਔਰ ਖਾਸ ਕਰਕੇ 1965 ਦੀ ਲੜਾਈ ਦੇ ਬਾਅਦ ਜੋ ਕੁਝ ਉਹਨਾਂ ਨੇ ਦੇਖਿਆ ਸ਼ਾਸਤਰੀ ਨੇ, ਉਹਦਾ ਮਨ ਜਿਹੜਾ ਸੀ ਉਹ ਜ਼ਰੂਰ ਫਰਕ ਪਿਆ। ਇੰਦਰਾ ਗਾਂਧੀ ਆਪਣੀ ਕਿਤਾਬ ਵਿੱਚ ਲਿਖਦੀ ਹੈ, ਕਹਿੰਦੀ ਹੈ ਕਿ ਮੈਨੂੰ ਪਤਾ ਲੱਗਾ ਕਿ ਪੰਜਾਬੀ ਸੂਬਾ ਕਮੇਟੀ ਜਿਹੜੀ ਬਣੀ ਹੈ, ਜਿਹਦਾ ਹੁਕਮ ਸਿੰਘ ਚੇਅਰਮੈਨ ਹੈ, ਇਹ ਸ਼ਾਇਦ ਪੰਜਾਬੀ ਸੂਬੇ ਦੀ ਮੰਗ ਮੰਨ ਜਾਣਗੇ। ਮੈਂ ਬੜੀ ਪਰੇਸ਼ਾਨ ਹੋਈ, ਮੈਂ ਬੜੀ ਵਾਰੀ ਕੋਸ਼ਿਸ਼ ਕੀਤੀ ਸ਼ਾਸਤਰੀ ਨੂੰ ਮਿਲਣ ਦੀ, ਸ਼ਾਸਤਰੀ ਨੇ ਟਾਈਮ ਹੀ ਨਹੀਂ ਦਿੱਤਾ। ਇਹ ਉਹਨਾਂ ਦੀ ਆਪਣੀ ਕਿਤਾਬ ਹੈ। ਮੈਂ ਕਈ ਵਾਰੀ ਨਾ ਨਹੀਂ ਕੀਤੀ, ਪਰ ਬੜੇ ਮਹੱਜ਼ਬ ਤਰੀਕੇ ਨਾਲ, ਅੱਛਾ ਮੀਟਿੰਗ ਤੋਂ ਬਾਅਦ ਕਰਦੇ ਆ, ਮੀਟਿੰਗ ਲੰਬੀ ਹੋ ਗਈ, ਥੋੜੀ ਦੇਰੀ ਤੱਕ ਕਰਦੇ ਆ, ਮਗਰ ਉਹ ਨਹੀਂ ਹੋਣ ਦਿੱਤਾ। ਸ਼ਾਸਤਰੀ ਜੀ ਦੀ ਮੌਤ ਦੇ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣਦੀ ਹੈ, ਔਰ ਉਸ ਦੇ ਬਾਅਦ ਉਹਨਾਂ ਦੀ ਜਿਹੜੀ ਕਿਤਾਬ ਹੈਗੀ ਹੈ ਮਾਈ ਟਰੁਥ, ਉਸ ਕਿਤਾਬ ਦੇ ਵਿੱਚ ਬੜੇ ਵੇਰਵੇ ਹੈ। ਉਹ ਕਹਿੰਦੇ ਹੈ ਕਿ ਮੈਂ ਪੰਜਾਬੀ ਸੂਬੇ ਦੇ ਅਗੇਂਸਟ ਸੀ, ਮੇਰਾ ਫਾਦਰ ਪੰਜਾਬੀ ਸੂਬੇ ਦੇ ਅਗੇਂਸਟ ਸੀ, ਮੇਰੀ ਪਾਰਟੀ ਪੰਜਾਬੀ ਸੂਬੇ ਦੇ ਅਗੇਂਸਟ ਸੀ। ਇਹ ਸਾਰਾ ਕੁਝ ਲਿਖ ਕੇ ਕਹਿੰਦੀ ਹੈ ਮੈਨੂੰ ਇਹ ਮੰਗ ਮੰਨਣੀ ਪਈ ਕਿਉਂਕਿ ਵਾਇਲੈਂਸ ਦਾ ਖਤਰਾ ਸੀ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਮੰਗ ਮੰਨੀ ਗਈ ਉਹ ਬੜੀ ਮਜਬੂਰੀ ਵਿੱਚ, ਬੇਦਿਲੇ ਔਰ ਇੱਕ ਐਸੇ ਹਾਲਾਤ ਦੇ ਵਿੱਚ। ਫਿਰ ਉਹਦੇ ਬਾਅਦ ਕੀਤਾ ਕਿ ਹੁਣ ਜਦੋਂ ਪੰਜਾਬੀ ਸੂਬਾ, ਦੇਖੋ ਰੀਜਨ ਦੋ ਵੰਡੇ ਹੋਏ ਹੈ, ਪਹਿਲਾਂ ਹੀ ਪੰਜਾਬੀ ਰੀਜਨ, ਹਿੰਦੀ ਰੀਜਨ ਬਣਾਇਆ ਹੋਇਆ, ਬਾਉਂਡਰੀ ਬਣੀ ਹੋਈ ਹੈ, ਪਰ ਨਹੀਂ, ਉਹਨਾਂ ਨੇ ਤਾਂ ਪੰਜਾਬ ਨੂੰ ਇਤਨਾ ਨੁਕਸਾਨ ਪਹੁੰਚਾਉਣਾ ਸੀ, ਇਤਨਾ ਨੁਕਸਾਨ ਪਹੁੰਚਾਉਣਾ ਸੀ, ਉਹਦੇ ਬਾਅਦ ਇੱਕ ਨਵਾਂ ਸ਼ਾਹ ਕਮਿਸ਼ਨ ਬਿਠਾ ਦਿੱਤਾ। ਉਹਦੀ ਲੋੜ ਨਹੀਂ ਸੀ, ਜਦ ਰੀਜਨ ਬਣੇ ਆ ਗੱਲ ਮੁੱਕ ਗਈ, ਪਰ ਨਹੀਂ, ਉਹਨਾਂ ਨੇ ਇੱਕ ਸ਼ਾਹ ਕਮਿਸ਼ਨ ਬਿਠਾਇਆ। ਔਰ ਸ਼ਾਹ ਕਮਿਸ਼ਨ ਨੇ ਜਿਹੜੀ ਇੱਕ ਗੱਲ ਇਸ ਦੌਰਾਨ ਇੱਕ ਹੋਰ ਹੋਈ, 1961 ਦੀ ਜਨਗਣਨਾ, 1961 ਦੀ ਜਨਗਣਨਾ ਪੰਜਾਬ ਦੇ ਪੂਰੇ ਕਮਿਊਨਲ ਮਾਹੌਲ ਦੇ ਵਿੱਚ ਹੋਈ, ਔਰ ਹਰ ਕਿਸੇ ਨੇ ਲਿਖਿਆ, ਸਰਕਾਰੀ ਗੈਰ ਸਰਕਾਰੀ, ਹਰ ਬੰਦੇ ਨੇ ਕਿਹਾ ਉਹ ਜਨਗਣਨਾ ਬਿਲਕੁਲ ਝੂਠੀ ਸੀ, ਕਿਉਂਕਿ ਉਸ ਵੇਲੇ ਇਤਨਾ ਕਮਿਊਨਲੀ ਡਿਵਾਈਡਡ ਸੀ। ਜਿਹੜੇ ਮਰਦਮਸ਼ੁਮਾਰੀ ਦੇ ਅਫਸਰ ਜਾਂਦੇ ਸੀ, ਉਹ ਪੁੱਛਦੇ ਸੀ ਔਰਤਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਉਹਨਾਂ ਨੂੰ ਕਿ ਤੁਹਾਡੀ ਮਾਂ ਬੋਲੀ ਕਿਹੜੀ ਹੈ? ਉਹ ਕਹਿੰਦੇ ਸੀ ਪੰਜਾਬੀ। ਉਹ ਪੱਪਾ ਲਿਖਣ ਦੀ ਬਜਾਏ ਹਾਹਾ ਪਾ ਦਿੰਦੇ ਸੀ, ਹਿੰਦੀ ਲਿਖ ਦਿੰਦੇ ਸੀਗੇ। ਔਰ ਉਹ ਸਾਰੇ ਦਾ ਸਾਰਾ ਉਸ ਮੁਤਾਬਕ ਪੰਜਾਬ ਇੱਕ ਹਿੰਦੀ ਮੈਜੋਰਿਟੀ ਸੂਬਾ ਹੈ। ਉਹਦਾ ਨਤੀਜਾ ਇਹ ਨਿਕਲਿਆ, ਸ਼ਾਹ ਕਮਿਸ਼ਨ ਨੇ ਜਾਣਬੁੱਝ ਕੇ ਉਸ 1961 ਦੀ ਮਰਦਮਸ਼ੁਮਾਰੀ, 1961 ਦੀ ਜਨਗਣਨਾ ਨੂੰ ਆਧਾਰ ਬਣਾਇਆ, ਜਿਹੜਾ ਕਿ ਸਰਾਸਰ ਇੱਕ ਬਹੁਤ ਵੱਡਾ ਕਲੰਕ ਹੈ ਹਿੰਦੁਸਤਾਨ ਦੇ ਉਸ ਸਿਸਟਮ ਦੇ ਉੱਤੇ ਕਿ ਇਤਨੀ ਜ਼ਬਰਦਸਤ ਤੁਸੀਂ ਤਰੀਕੇ ਨਾਲ ਧੋਖਾ ਦੇ ਰਹੇ ਹੋ। ਖੈਰ, ਉਸ ਸ਼ਾਹ ਕਮਿਸ਼ਨ ਨੇ ਖਰੜ ਤਹਿਸੀਲ ਉਹ ਹਰਿਆਣੇ ਨੂੰ ਦੇ ਦਿੱਤੀ। ਹਰਿਆਣੇ ਦੀ ਮੰਗ ਨਹੀਂ ਸੀ, ਹਰਿਆਣੇ ਦੀ ਮੰਗ ਨਹੀਂ ਸੀ। ਇਤਨਾ ਹੀ ਨਹੀਂ ਕੀਤਾ, ਇੱਕ ਗੱਲ ਕਹਿਣੀ ਬਣਦੀ ਹੈ, ਇੰਦਰਾ ਗਾਂਧੀ ਨੇ ਜਦੋਂ ਦੇਖਿਆ ਇੱਕ ਧੱਕਾ ਇਤਨਾ ਜ਼ਿਆਦਾ ਹੋ ਰਿਹਾ ਸਭ ਕੁਝ ਕਰਕੇ, ਉਹਨੇ ਫਿਰ ਇੰਟਰਵੀਨ ਕੀਤਾ। ਉਹ ਫੈਸਲਾ ਉਹਨੇ ਸ਼ਾਹ ਦਾ ਨਹੀਂ ਮੰਨਿਆ, ਖਰੜ ਤਹਿਸੀਲ ਦੇਣ ਦਾ। ਨਹੀਂ ਤਾਂ ਪਹਿਲੇ ਦੇ ਸਾਰੇ ਜਿੰਨੇ ਰਿਕਾਰਡਸ ਹੈ, ਜਿੰਨੇ ਮਰਦਮਸ਼ੁਮਾਰੀ ਦੇ, ਅੰਬਾਲਾ ਡਿਸਟ੍ਰਿਕਟ ਜਿਹੜਾ ਹੈਗਾ ਉਹ ਪੰਜਾਬੀ ਇਲਾਕਾ ਹੈਗਾ, ਪੂਰਾ ਪੰਜਾਬੀ ਇਲਾਕਾ ਹੈ। ਉਹ ਸਾਰੇ ਲੀਡਰਾਂ ਨੇ ਖੁਦ ਲਿਖਿਆ, ਪਰ ਨਹੀਂ, ਇੱਕ ਕਮਿਊਨਲ ਬੇਸਿਸ ਦੇ ਉੱਤੇ ਕਿ ਉਹਨਾਂ ਨੇ ਕਿਹਾ ਕਿ ਹਿੰਦੂਆਂ ਦੀ ਜ਼ਬਾਨ ਹਿੰਦੀ ਹੈ, ਸਿੱਖਾਂ ਦੀ ਪੰਜਾਬੀ ਹੈ। ਸੋ ਬੇਸਿਕਲੀ ਸਰ ਇੱਕ ਮਿੰਟ, ਉਹ ਜਿਹੜੀ ਕਹਿ ਰਹੇ ਸੀਗੇ ਸ਼ੁਰੂ ਚ ਮੰਗ ਸੀ ਕਿ ਪੰਜਾਬੀ ਬੋਲੀ ਦੇ ਆਧਾਰ ਤੇ ਚਾਹੀਦਾ, ਪਰ ਇਸ ਦੇ ਹੋਣ ਨਾਲ ਫਿਰ ਉਹਦੇ ਬਾਅਦ ਮਾਸਟਰ ਤਾਰਾ ਸਿੰਘ, ਹਰਗੁਰਨਾਥ ਸਿੰਘ, ਸਰਦਾਰ ਕਪੂਰ ਸਿੰਘ,
ਠੇਕੇਦਾਰ ਸੁਰਜਨ ਸਿੰਘ, ਉਹ ਸਾਰੇ ਗਰੁੱਪ ਨੇ ਫਿਰ ਖੁੱਲ੍ਹੇਆਮ ਕਿਹਾ ਕਿ ਸਾਨੂੰ ਸਿੱਖ ਮੈਜੋਰਿਟੀ ਏਰੀਆ ਚਾਹੀਦਾ। ਔਰ ਇਹ ਕਰਨ ਦੇ ਨਾਲ ਇਹ ਹੋਇਆ ਕਿ ਉਹ ਜਿਹੜਾ ਫਿਰ ਬਣਿਆ, ਬੇਸਿਕਲੀ ਉਹ ਪੰਜਾਬੀ ਜਿਹੜੇ ਸੀਗੇ, ਬੇਸਿਕਲੀ ਪੰਜਾਬੀ ਸਨ, ਉਹਨਾਂ ਦੇ ਹਿੰਦੀ ਲਿਖਣ ਨਾਲ ਉਹ ਪੰਜਾਬ ਚੋਂ ਹਰਿਆਣੇ ਚਲੇ ਗਏ। ਆਉਣ ਵਾਲੀਆਂ ਜਨਰੇਸ਼ਨ ਪੁੱਛਣਗੀਆਂ, ਤੁਸੀਂ ਤਾਂ ਪੰਜਾਬੀ ਹੋ, ਤੁਸੀਂ ਨਾ ਹੁਣ ਪੰਜਾਬੀ ਰਹੇ ਨਹੀਂ, ਹਰਿਆਣਵੀ ਤੁਸੀਂ ਅਖਵਾ ਨਹੀਂ ਸਕਦੇ। ਇਹ ਜਿਹੜਾ ਇੱਕ ਵਰਚੁਅਲੀ ਉਹਨਾਂ ਨੇ ਖੁਦ ਹੀ ਸਿੱਖ ਮੈਜੋਰਿਟੀ ਸਟੇਟ ਜਿਹੜੀ ਹੈ ਇਹ ਬਣਾ ਦਿੱਤੀ। ਮਗਰ ਇਸ ਦੇ ਬਾਅਦ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਇੰਦਰਾ ਗਾਂਧੀ ਨੇ ਜਿਵੇਂ ਗੁੱਸੇ ਨਾਲ ਜਾਂ ਦੁਖੀ ਹੋ ਕੇ ਜਿਹੜੀ ਇਹ ਵੰਡ ਕੀਤੀ, ਫਿਰ ਇੱਕ ਹੋਰ ਵੱਡਾ ਧੱਕਾ ਕੀਤਾ। ਇਸ ਤੋਂ ਪਹਿਲੇ ਕਈ ਸਟੇਟਾਂ ਵੰਡੀਆਂ ਗਈਆਂ, ਕਿਸੇ ਦੇ ਨਾਲ ਕੋਈ ਐਸੀ ਗੱਲ ਨਹੀਂ ਹੋਈ, ਪਰ ਜਦੋਂ ਪੰਜਾਬ ਨੂੰ ਵੰਡਦੇ ਪਏ ਇਹਦੀ ਹਾਈ ਕੋਰਟ ਖੋਲੀ, ਇਹਦਾ ਹੈਡਵਰਕਸ ਖੋਲੇ, ਇਹਦੀ ਯੂਨੀਵਰਸਿਟੀ ਖੋਲੀ, ਸ਼੍ਰੋਮਣੀ ਕਮੇਟੀ ਖੋਲੀ, ਇਹਦੇ ਪਾਵਰ ਹਾਊਸ ਖੋਲੇ, ਇਹਨੂੰ ਐਸਾ ਕ੍ਰਿਪਲ ਕਰਕੇ ਸੁੱਟਿਆ ਤਾਂ ਕਿ ਉਹਨਾਂ ਦਾ ਇਹ ਸੀ ਕੁਝ ਦੇਰ ਬਾਅਦ ਅਕਾਲੀਆਂ ਨੂੰ ਲੋਕ ਗਾਲਾਂ ਕੱਢਣਗੇ, ਕੀ ਸੂਬਾ ਦਿੱਤਾ। ਹੁਣ ਵੀ ਕਿਹਾ ਜਾ ਰਿਹਾ ਕਿ ਤੁਸੀਂ ਛੋਟਾ ਕਰ ਦਿੱਤਾ। ਇੱਥੇ ਰੰਧਾਵਾ ਸਾਹਿਬ ਇੱਕ ਗੱਲ ਸਮਝਣੀ ਪਏਗੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਿੱਥੇ ਵੀ ਰਾਜ ਕਾਇਮ ਹੈ ਉਹ ਤਲਵਾਰ ਦੇ ਜ਼ੋਰ ਨਾਲ ਹੁੰਦਾ ਹੈ, ਪਰ ਫਸਟ ਵਰਲਡ ਵਾਰ ਦੇ ਬਾਅਦ ਜਿੱਥੇ ਵੀ ਕੋਈ ਹਕੂਮਤ ਆਈ ਹੈ ਉਹ ਸਿਰਾਂ ਦੀ ਗਿਣਤੀ ਨਾਲ ਹੈ, ਜਿਹਨੂੰ ਇਕਬਾਲ ਕਹਿੰਦਾ ਹੈ ਇਹ ਜਮਹੂਰੀਅਤ ਉਹ ਤਰਜ਼ ਅਮਲ ਹੈ ਜਹਾਂ ਸਿਰ ਗਿਨੇ ਜਾਤੇ हैं तौले नहीं जाते। ਗੱਲ ਤਾਂ ਗਿਣਤੀ ਦੇ ਉੱਤੇ ਹੋਣਾ ਹੈ। ਔਰ ਇਹ ਜਦੋਂ ਨਜ਼ਰ ਆ ਗਈ, ਮਾਸਟਰ ਤਾਰਾ ਸਿੰਘ ਕਿਹਾ ਕਰਦੇ ਸੀ ਕਿ ਕੌਮ ਉਹ ਸਰਵਾਈ ਕਰੇਗੀ ਜਿਹਦੇ ਕੋਲ ਜਾਂ ਮੈਜੋਰਿਟੀ ਹੋਏ ਜਾਂ ਉਹਦੇ ਕੋਲ ਵੀਟੋ ਹੋਏ। ਵੀਟੋ ਹੋ ਨਹੀਂ ਸਕਦੀ। ਔਰ ਵਰਚੁਅਲੀ ਪੰਜਾਬੀ ਆਰੀਆ ਸਮਾਜ ਦੀ ਦੇਣ, ਉਹਨਾਂ ਨੇ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਾਣ ਕਰਕੇ ਪੰਜਾਬੀ ਇਲਾਕੇ ਚਲੇ ਗਏ। ਹੁਣ ਪੰਜਾਬ ਜੀ ਇੱਥੇ ਬਹੁਤ ਅਹਿਮ ਸਵਾਲ ਆ। ਦੋ ਘਟਨਾਵਾਂ, ਇੱਕ 65 ਦੀ ਜੰਗ ਜਿਹਦੇ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਜ਼ਰੀਆ ਬਦਲ ਜਾਂਦਾ ਇਸ ਕੌਮ ਪ੍ਰਤੀ, ਔਰ ਉਹ ਇਹਨਾਂ ਨੂੰ ਫੇਵਰ ਕਰਨਾ ਚਾਹੁੰਦੇ ਸੀ। ਅਨਫੋਰਚੂਨੇਟਲੀ ਉਹਨਾਂ ਦੀ ਮੌਤ ਹੋ ਜਾਂਦੀ। ਦੂਜਾ ਪਹਿਲੂ, ਮੇਰੇ ਕੋਲ ਪਿਛਲੇ ਸਮੇਂ ਦੇ ਵਿੱਚ ਪੰਜਾਬ ਨਾਲ ਸੰਬੰਧਿਤ RSS ਦੇ ਇੱਕ ਆਗੂ ਸਟੂਡੀਓ ਤੇ ਆਏ, ਆਨਲਾਈਨ ਮੈਂ ਉਹਨਾਂ ਨੂੰ ਲਿਆ, ਲੇਕਿਨ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ RSS ਆਰੀਆ ਸਮਾਜ ਦੀ ਉਸ ਗਲਤੀ ਨੂੰ ਉਸ ਵੇਲੇ ਵੀ ਸੁਧਾਰਨ ਲਈ ਪੰਜਾਬ ਉਹਦੇ ਸਾਡੇ ਹੈੱਡ ਆਏ ਸੀ, ਜਦੋਂ ਜ਼ੋਰਦਾਰ ਤਰੀਕੇ ਨਾਲ ਪੰਜਾਬੀ ਦਾ ਵਿਰੋਧ ਹੋ ਰਿਹਾ ਸੀ ਔਰ ਹਿੰਦੀ ਨੂੰ 1961 ਦੀ ਸ਼ਾਇਦ ਗੱਲ ਹੈ ਲਿਖਾਉਣ ਲਈ ਕਿਹਾ ਜਾ ਰਿਹਾ ਸੀਗਾ ਜਨਗਣਨਾ 'ਚ, ਤੇ ਉਦੋਂ RSS ਦੇ ਆਗੂਆਂ ਨੇ ਘਰ ਘਰ ਜਾ ਕੇ ਸਾਰਾ ਭ੍ਰਮਣ ਕਰਕੇ ਉਹਦਾ ਵਿਰੋਧ ਕੀਤਾ ਸੀ। ਸੋ ਇਹਨਾਂ ਵਰਤਾਰਿਆਂ ਨੂੰ ਜੇ ਦੋ ਐਂਗਲ ਤੋਂ ਦੇਖਣਾ ਹੋਵੇ, ਮੈਂ ਸਪਸ਼ਟੀਕਰਨ ਚਾਹੁੰਦਾ ਤੁਹਾਡੇ ਤੋਂ, ਕਿਉਂਕਿ ਤੁਸੀਂ ਉਹ ਦੌਰ ਹੰਢਾਏ ਨੇ, ਦੇਖੇ ਨੇ, ਮੈਨੂੰ ਦੱਸਿਓ ਜ਼ਰਾ ਕਿ ਕੀ ਹੈ ਉਹ, ਸੱਚ ਕੀ ਹੈ? ਸੱਚਮੁੱਚ ਆਰੀਆ ਸਮਾਜੀਆਂ ਔਰ ਜਿਹੜਾ ਸੰਘ ਹੈ ਇਹਦੇ ਵਿੱਚ ਕੋਈ ਫਰਕ ਹੈਗਾ? ਕਿਉਂਕਿ ਅੱਜ ਤੱਕ ਨਿਖੇੜ ਹੀ ਨਹੀਂ ਆਪਾਂ ਲੋਕ ਕਰ ਪਾ ਰਹੇ ਕਿ ਕੌਣ ਪੰਜਾਬੀ ਔਰ ਪੰਜਾਬ ਦੇ ਖਿਲਾਫ ਵੀ ਖੜਾ ਹੈ ਤੇ ਕੌਣ ਹੱਕ ਚ ਖੜਾ। ਬੜਾ ਅਹਿਮ ਸਵਾਲ ਹੈ, ਉਹ ਬੜਾ ਇੱਕ ਦਿਲਚਸਪ ਵੀ ਹੈਗਾ। ਇਹ ਬਿਲਕੁਲ ਦੁਰਸਤ ਹੈ। RSS ਰਾਸ਼ਟਰੀ ਸਵੈਮ ਸੇਵਕ ਸੰਘ, ਗੁਰੂ ਗੋਲਵਾਲਕਰ, ਉਹਨਾਂ ਨੇ ਇਹ ਕਿਹਾ ਸੀਗਾ ਕਿ ਪੰਜਾਬੀ ਹਿੰਦੂ ਗਲਤੀ ਕਰ ਰਿਹਾ, ਆਰੀਆ ਸਮਾਜੀ ਗਲਤੀ ਕਰ ਰਿਹਾ, ਇਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਏਗਾ। ਔਰ ਇਹ ਜਿਹੜੀ ਗੱਲ ਮੈਂ ਹੁਣੇ ਤੁਹਾਨੂੰ ਦੱਸੀ ਹੈ, ਉਹ ਪੰਜਾਬ ਚੋਂ ਆਪਣੇ ਆਪ ਹੀ ਬਾਹਰ ਹੋ ਗਏ, ਉਹਨਾਂ ਦੀ ਉਸਦੇ ਕਰਕੇ ਪੰਜਾਬ ਇੱਕ ਸਿੱਖ ਮੈਜੋਰਿਟੀ ਸਟੇਟ ਬਣਿਆ। ਇੱਕ ਗੱਲ ਤਾਂ ਸਹੀ ਹੈ, ਪਰ ਇੱਥੇ ਤੱਕ ਦੋਨਾਂ ਦਾ ਬੁਨਿਆਦੀ ਫਰਕ ਸੀਗਾ। ਪਰ ਦੂਜੇ ਪਾਸੇ ਇੱਕ ਜਿਹੜੀ ਚੀਜ਼ ਜਿਹਦੇ ਕਰਕੇ RSS ਦੇ ਸਿੱਖ ਨਜ਼ਦੀਕ ਨਹੀਂ ਜਾ ਸਕੇ, ਔਰ ਅੱਗੇ ਵੀ ਉਹ ਇੱਕ ਬੜਾ ਵੱਡਾ ਇਰੀਟੈਂਟ ਹੈਗਾ, ਉਹ ਸਿੱਖਾਂ ਨੂੰ ਇੱਕ ਵੱਖਰਾ ਧਰਮ, ਵੱਖਰਾ ਰਿਲੀਜਨ, ਵੱਖਰੀ ਕੌਮ ਨਹੀਂ ਮੰਨਦੇ। ਉਹਨਾਂ ਦੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ, ਗੁਰੂ ਗੋਲਵਾਲਕਰ ਦੀਆਂ ਲੈ ਲਓ ਜਾਂ ਸਾਵਰਕਰ ਦੀਆਂ ਲੈ ਲਓ, ਲਾਜਪਤ ਰਾਏ ਦੀਆਂ ਲੈ ਲਓ, ਕਿਸੇ ਦੀਆਂ ਵੀ ਲੈ ਲਓ, ਉਹ ਸਿੱਖਾਂ ਨੂੰ ਇੱਕ ਹਿੰਦੂਆਂ ਦਾ ਅੰਗ ਸਮਝਦੇ ਆ, ਇਹਨੂੰ ਇੰਡੀਪੈਂਡੈਂਟ ਕੌਮ ਨਹੀਂ ਮੰਨਦੇ ਹੈਗੇ। ਪਰ ਉਹਨਾਂ ਦੀ ਬਾਰ-ਬਾਰ ਹੈ। ਜਦੋਂ ਰਾਮ ਗੋਪਾਲ ਇਸੇ ਮਾਮਲੇ 'ਚ ਵੀ ਮੇਰੇ ਨਾਲ ਗੱਲ ਕਰਦੇ ਆ, ਪੰਜਾਬ ਦੇ ਵਿੱਚ ਕਾਫੀ ਰੂਟ ਲੈਵਲ ਤੇ ਕੰਮ ਕਰ ਰਿਹਾ ਔਰ ਉਸ ਦੇ ਉੱਪਰ ਨਾ ਜੁੜੇ ਆ, ਹਰਿਦੁਆਰ ਬੇਸਡ ਹੈਗੇ ਆ, ਉਹ ਮੈਨੂੰ ਕਹਿੰਦੇ ਆ ਕਿ ਅਸੀਂ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਸਿੱਖ ਇੱਕ ਵੱਖਰੀ ਕੌਮ ਨਹੀਂ। ਉਹ ਕਹਿੰਦੇ ਸਾਡੇ ਮੁਖੀ ਨੇ
ਘੱਟ ਗਿਣਤੀ ਕਮਿਸ਼ਨ 'ਚ ਲਿਖ ਕੇ ਦਿੱਤਾ। ਔਰ ਮੈਂ ਸਰਦਾਰ ਤਰਲੋਚਨ ਸਿੰਘ ਨਾਲ ਕਈ ਵਾਰੀ ਇਸ ਮਾਮਲੇ 'ਚ ਵੀ ਗੱਲ ਕੀਤੀ। ਕਹਿੰਦੇ ਹਾਂ ਮੈਂ ਸੱਦਿਆ ਸੀ ਔਰ ਸੰਘ ਪ੍ਰਮੁੱਖ ਆਏ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਤਸਲੀਮ ਕਰਦੇ ਹਾਂ, ਤੇ ਉਹ ਮੈਨੂੰ ਲਿਖ ਕੇ ਦੇ ਕੇ ਗਏ ਕਿ ਅਸੀਂ ਸਿੱਖਾਂ ਨੂੰ ਵੱਖਰੀ ਕੌਮ ਮੰਨਦੇ ਹਾਂ। ਇਹ ਦਰਅਸਲ ਵਿਵਾਦ ਮੁੱਕਦੇ ਕਿਉਂ ਨਹੀਂ? ਇਹ ਜਿਹੜੇ ਪੈਂਤੜੇ ਆ, ਇਹ ਕਿਹਾ ਕੁਝ ਹੋਰ ਜਾਂਦਾ, ਮੁੜ ਕੇ ਜਿਵੇਂ ਅਕਸਰ ਸੰਘ ਮੁਖੀ ਤਾਂ ਕਹਿੰਦੇ ਰਹਿੰਦੇ ਆ ਕਿ ਇਹ ਹਿੰਦੂ ਆ, ਇੱਥੇ ਰਹਿਣ ਵਾਲੇ ਸਾਰੇ ਦੇ ਸਾਰੇ, ਉਹ ਚੀਜ਼ਾਂ ਸਮਾਨਾਂਤਰ ਚੱਲ ਰਹੀਆਂ ਨੇ। ਇਹ ਆਖਿਰਕਾਰ ਹੈ ਕਿੱਥੇ, ਪੰਗਾ ਕਿੱਥੇ? ਬਿਲਕੁਲ, ਤੁਸੀਂ ਬੜੀ ਅੱਛੀ ਗੱਲ ਕਰ ਰਹੇ ਹੋ ਔਰ ਬੜਾ ਇੱਕ ਅਹਿਮ ਸਵਾਲ ਹੈ। ਸਵਾਲ ਇਹ ਹੈਗਾ ਕਿ ਇੱਕ ਗੱਲ ਤਾਂ ਇੱਕ ਉੱਥੇ ਹੈਗੇ ਸੀ ਬਜ਼ੁਰਗ ਸੀਗੇ, ਉਹ ਕਹਿੰਦੇ ਸੀ ਮੈਨੂੰ ਬਖਤਮ ਨਹੀਂ ਲਿਖਤਮ ਦਿਖਾਓ। ਹੁਣ ਜਿਹੜੀ ਲਿਖਤਮ ਹੈ, ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ, ਲਿਖਤਮ ਦੇ ਵਿੱਚ ਉਹਨਾਂ ਦਾ ਹੈਗਾ ਉਹ ਸਿੱਖਾਂ ਨੂੰ ਵੱਖਰਾ ਨਹੀਂ ਮੰਨਦੇ। ਲਿਖਤਮ ਜਿੰਨੀਆਂ ਲਿਖਤਾਂ ਹੈਗੀਆਂ, ਭਾਵੇਂ ਉਹ ਕਿਸੇ ਦੀਆਂ ਵੀ ਹੈਗੀਆਂ, ਭਾਵੇਂ ਉਹ ਦੀਨ ਦਿਆਲ ਉਪਾਧਿਆਏ ਦੀ ਹੈ, ਮੈਂ ਫਿਰ ਦੁਬਾਰਾ ਦੁਹਰਾ ਰਿਹਾ, ਭਾਵੇਂ ਉਹ ਗੁਰੂ ਗੋਲਵਾਲਕਰ ਦੀ ਹੈ, ਭਾਵੇਂ ਉਹ ਸਾਵਰਕਰ ਦੀ ਹੈ, ਭਾਵੇਂ ਜਿਹੜੇ ਉਹਨਾਂ ਦੇ ਇੰਟੈਲੈਕਚੁਅਲ ਜਾਂ ਜਿਹੜੇ ਆਈਡੀਓਲੌਗਸ ਹੈਗੇ ਆ, ਲਿਖਤ ਦੇ ਵਿੱਚ ਨਹੀਂ ਹੈਗੀ, ਲਿਖਤ ਦੇ ਵਿੱਚ ਨਹੀਂ ਹੈ। ਮਗਰ ਦੂਜੇ ਪਾਸੇ ਜਦੋਂ ਮੂੰਹ ਜ਼ਬਾਨੀ ਹੈ ਤੇ ਮੂੰਹ ਜ਼ਬਾਨੀ ਕਿਸੇ ਨੂੰ ਵੀ ਕਹਿ ਦੋ, ਹੁਣ ਵੀ ਭਾਵੇਂ ਜਿੰਨੇ ਲੀਡਰ ਆਣਗੇ ਜਿੰਨਾ ਮਰਜ਼ੀ ਕਹੀ ਜਾਣ, ਸਵਾਲ ਤਾਂ ਜਿਹੜੀ ਲਿਖਤ ਹੈਗੀ ਹੈ ਉਹਨੂੰ ਕਿਵੇਂ ਕਰਦੇ? ਅਗਰ ਇਹ ਗੱਲ ਸਿੰਸੀਅਰ ਹੈ, ਅਗਰ ਉਹ ਚਾਹੁੰਦੇ ਹੈ, ਫਿਰ ਉਹਨਾਂ ਦੀ ਸਰਕਾਰ ਹੈ, ਸਭ ਕੁਝ ਹੈ। ਤੇ ਧਾਰਾ 25 ਦੇ ਵਿੱਚ ਜਿਹੜਾ ਭੁਲੇਖਾ ਹੈ, ਵੈਂਕਟਾਚਲਈਆ ਨੇ ਕਮਿਸ਼ਨ ਬਣਾਇਆ ਸਰਕਾਰ ਨੇ, ਉਹਨਾਂ ਨੇ ਕਿਹਾ ਕਿ ਧਾਰਾ 25 ਜਿਹੜੀ ਹੈ ਇਹ ਗਲਤ ਹੈ, ਇਹਦੇ ਵਿੱਚ ਭੁਲੇਖਾ ਪਾਉਂਦੀ ਹੈ, ਤੁਸੀਂ ਇਹਨੂੰ ਕਲੈਰੀਫਾਈ ਕਰ ਦਿਓ ਕਿ ਸਿੱਖ ਇੱਕ ਵੱਖਰੀ ਕੌਮ ਹੈਗੀ ਹੈ ਤਾਂ ਕਿ ਇਹਨਾਂ ਦਾ ਸਾਰਾ ਕੁਝ ਹੋਏ। ਵੈਂਕਟਾਚਲਈਆ ਦੀ ਕਮਿਸ਼ਨ ਦੀ ਰਿਪੋਰਟ ਦੇ ਬਾਵਜੂਦ ਸਰਕਾਰ ਉਹਨੂੰ ਕਿਉਂ ਨਹੀਂ ਲਾਗੂ ਕਰ ਦਿੰਦੀ? ਕਿਉਂ ਨਹੀਂ ਉਸਨੂੰ ਕਰ ਦਿੰਦੇ? ਕਿਉਂ ਨਹੀਂ ਉਹਨੂੰ ਕਾਨੂੰਨ ਉਹਦਾ ਬਣਾ ਕੇ ਤੇ ਉਹ ਨਖੇੜਾ ਕਰ ਦਿੰਦੇ? ਮਗਰ ਉਹ ਕਰਨਾ ਨਹੀਂ ਚਾਹੁੰਦੇ ਕਿਉਂਕਿ ਉਹਦੇ ਨਾਲ ਕਈ ਹੋਰ ਕਾਨੂੰਨ ਹੈ ਜਿਹੜੇ ਹਿੰਦੂ ਲਾਅ ਦੇ ਵਿੱਚ ਜੁੜੇ ਆ। ਹਾਂ, ਮੂੰਹ ਜ਼ਬਾਨੀ ਜ਼ਰੂਰ ਹੈ ਕਿ ਉਹ ਅਗਲੇ ਨੂੰ ਵੀ ਕਹਿਤਾ ਤੇ ਚਿੱਠੀ ਵੀ ਕਹਿਤੀ, ਤੇ ਤਰਲੋਚਨ ਸਿੰਘ ਜੀ ਨੇ ਵੀ ਕਹਿਤਾ, ਮੈਨੂੰ ਉਹਨਾਂ ਨੇ ਕਹਿਤਾ, ਹੁਣ ਮੈਨੂੰ ਆ ਕੇ ਕਹਿ ਦੇਣ ਨਹੀਂ ਅਸੀਂ ਨਹੀਂ ਹੈਗਾ, ਪਰ ਮੇਰੇ ਕੋਲ ਤੇ ਜਾਂ ਤੇ ਕਹਿ ਦੇਣ, ਇੱਕ ਬਿਆਨ ਇਹ ਵੀ ਦੇ ਦੇਣ, ਚਲੋ ਬਿਆਨ ਹੀ ਦੇ ਦੇਣ ਕਿ ਉਹ ਜਿਹੜੀਆਂ ਕਿਤਾਬਾਂ ਉਹ ਗਲਤ ਹੈ, ਅਸੀਂ ਉਹਨਾਂ ਨੂੰ ਨਹੀਂ ਮੰਨਦੇ। ਅੱਛਾ, ਹੁਣ ਮੈਂ ਸਰਦਾਰ ਸਾਹਿਬ, ਕਿਉਂਕਿ ਅਸੀਂ ਬਹੁਤ ਅੱਗੇ ਨਿਕਲ ਆਏ ਹਾਂ, ਸਾਡੇ ਕੋਲ ਬਹੁਤ ਥੋੜਾ ਸਮਾਂ ਬਚਿਆ, ਮੈਨੂੰ ਕਾਈਂਡਲੀ ਇਸ ਦਿਨ ਦੇ ਵਿੱਚ, ਅੱਜ 1 ਨਵੰਬਰ ਵਾਲੇ ਦਿਨ ਕਿਸ ਤਰ੍ਹਾਂ ਫੀਲ ਕਰਨਾ ਚਾਹੀਦਾ? ਤੁਹਾਨੂੰ ਲੱਗਦਾ ਕਿ ਮੈਂ ਬਣੀਆਂ ਬਣਾਈਆਂ ਧਾਰਨਾਵਾਂ ਤੇ ਚੱਲਾਂ, ਪਰਸੈਪਸ਼ਨਸ ਤੇ ਚੱਲਾਂ ਕਿ ਇਹ ਵੀ ਮਾੜੇ, ਇਹ ਵੀ ਮਾੜੇ, ਇਹ ਵੀ ਮਾੜੇ? ਮੈਂ ਕਿਸ ਤਰ੍ਹਾਂ ਸੋਚਾਂ? ਮੇਰੀ ਸੋਚ ਬਦਲ ਸਕਦੇ ਹੋ? ਮੈਨੂੰ ਇੰਝ ਲੱਗਦਾ ਕਿ ਸਾਡੇ ਇਸ ਵੇਲੇ ਜੇ ਕੋਈ ਵੀ ਵੱਡੀ ਅਹੁਦਾ ਭਰਨਾ ਹੋਵੇ, ਕੋਈ ਵੱਡਾ ਲੀਡਰ ਚੁਣਨਾ ਹੋਵੇ, ਮੈਂ ਕੋਈ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਦੇਖਣਾ ਹੋਵੇ, ਜਾਂ ਤਾਂ ਮੈਨੂੰ ਉਹਦੇ ਲਈ ਖੜਾ ਪੈਦਾ ਹੁੰਦਾ, ਲੀਡਰਸ਼ਿਪ ਦਾ ਕ੍ਰਾਈਸਿਸ ਪੈਦਾ ਹੋ ਗਿਆ। ਪੰਜਾਬ ਹੁਣ ਜੀਨੀਅਸ ਪੈਦਾ ਨਹੀਂ ਕਰਦਾ ਔਰ ਉਹਦੇ ਪਿੱਛੇ ਫਹਿਰਿਸਤ ਉਹੀ ਆ ਜਿੱਦਾਂ ਦੀ ਸਾਡੀ ਸਕੂਲਿੰਗ, ਜਿੱਦਾਂ ਦਾ ਸਾਡਾ ਢਾਂਚਾ, ਜਿਵੇਂ ਅਸੀਂ ਅੱਗੇ ਵਧੇ। ਮੈਂ ਇਵੇਂ ਹੀ ਸੋਚਾਂ ਕਿ ਸੱਚਮੁੱਚ ਅਸੀਂ ਵੱਡੇ ਕ੍ਰਾਈਸਿਸ ਹੈ ਜਿਹਦੇ 'ਚ ਖੜਾਵ ਆ, ਪੋਲੀਟੀਕਲ, ਸਮਾਜਿਕ, ਧਾਰਮਿਕ, ਲੀਡਰਾਂ ਦਾ ਵੀ ਤੇ ਵਰਤਾਰਿਆਂ ਦਾ ਵੀ। ਕਿਹਨੂੰ ਦੋਸ਼ੀ ਮੰਨਾਂ, ਜਾਂ ਮੈਂ ਆਪਣੇ ਆਪ ਨੂੰ ਸੋਚਾਂ ਕਿ ਮੈਂ ਹੀ ਨਿਰਾਸ਼ਾਵਾਦੀ ਹਾਂ? ਰੰਧਾਵਾ ਸਾਹਿਬ, ਗੱਲ ਇਹ ਹੈ ਕਿ ਦੋਸ਼ ਕਿਸੇ ਵਿਅਕਤੀ ਦਾ ਨਹੀਂ, ਕਮੀ ਵਿਅਕਤੀਆਂ ਦੀ ਵੀ ਨਹੀਂ ਹੈ। ਕੌਮ ਦੇ ਵਿੱਚ ਬੜੇ ਹਰ ਪਾਸੇ, ਹਰ ਕੌਮ ਦੇ ਵਿੱਚ ਸਿਆਣੇ ਬੰਦੇ ਹੈ, ਬਹੁਤ ਕੁਰਬਾਨੀ ਵਾਲੇ ਹੈ, ਹਰ ਕੌਮ ਦੇ ਵਿੱਚ, ਸਾਡੇ ਨਹੀਂ, ਹਰ ਕੌਮ ਦੇ ਵਿੱਚ ਸਾਰਾ ਮੌਜੂਦ ਹੈ। ਹਿੰਦੁਸਤਾਨ ਦੇ ਵਿੱਚ ਇੰਨਾ ਕੈਲੀਬਰ ਹੈ ਔਰ ਇਤਨੀ ਪੋਟੈਂਸ਼ੀਅਲਿਟੀ ਹੈ ਕਿ ਸਾਰਾ ਕੁਝ ਕਰ ਸਕਦੇ ਆ। ਸਿਰਫ ਗੱਲ ਇਹ ਹੈ ਕਿ ਜਿਹੜੀਆਂ ਗਲਤੀਆਂ ਹੋਈਆਂ ਉਹਨੂੰ ਮੰਨਣਾ ਪਏਗਾ ਕਿ ਇਹ ਗਲਤ ਹੈ। ਹੁਣ ਜਿਵੇਂ 42 ਮੰਗਾਂ ਦੀ ਮੈਨੂੰ ਹੈਰਾਨੀ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਅੱਜ ਵੀ ਜਦੋਂ ਕਰਦਾ ਹੈ ਉਹ ਲਿਸਟ ਛਾਪ ਰਿਹਾ ਜੀ, ਗੁਹਾਣਾ, ਫਲਾਣੀ ਤੇ ਰਤੜਾ ਤੇ ਸਿਰਸਾ ਤੇ ਫਲਾਣੇ ਇਲਾਕੇ ਤੇ ਕਾਂਗੜਾ ਤੇ ਉਹ ਇਲਾਕੇ ਮਿਲਣੇ ਚਾਹੀਦੇ ਹੈ, ਕਾਗਜ਼ਾਂ ਦੇ ਵਿੱਚ ਆ ਰਹੇ ਹੈ। ਉਹਨੂੰ ਦੱਸੋ ਕਿ ਕਿਉਂ ਹੋ ਰਿਹਾ, ਕੀ ਉਹਨਾਂ ਲਈ ਤੁਸੀਂ ਕੁਝ ਕਰਦੇ ਹੋ, ਜਾਂ 1966 ਤੋਂ ਲੈ ਕੇ ਹੁਣ ਤੱਕ ਕੇਵਲ ਕਾਗਜ਼ੀ ਕਾਰਵਾਈ ਕੀਤੀ ਹੈ, ਕੇਵਲ ਉਹਨਾਂ ਨੂੰ ਤੁਸੀਂ ਹਰ ਵਾਰੀ ਦੁਹਰਾਏ ਜਾਓਗੇ। ਔਰ ਇਸ ਕਰਕੇ ਜਿਹੜਾ ਆਧਾਰ ਪੰਜਾਬੀ ਸੂਬਾ ਨੂੰ ਰੱਦ ਕਰਨ ਦਾ ਬਿੱਲ ਨੂੰ ਅਕਾਲੀ ਦਲ ਨੇ ਰੱਦ ਕੀਤਾ, ਉਹ ਡਾਕੂਮੈਂਟ ਜ਼ਰੂਰ ਪੜ੍ਹੋ। ਉਹ ਡਾਕੂਮੈਂਟ ਇੱਕ ਦਸਤਾਵੇਜ਼ ਹੈ, ਉਹਦੇ ਵਿੱਚ ਕਿੱਥੇ ਕਿੱਥੇ ਧੋਖਾ ਦਿੱਤਾ, ਗਦਾਰੀਆਂ ਕੀਤੀਆਂ, ਉਹਦਾ ਨਾਂ ਹੀ ਹੈ ਬੈਟਰੀਅਲ ਆਫ ਦਾ ਸਿਕਸ। ਔਰ ਜਦੋਂ ਸਰਦਾਰ ਕਪੂਰ ਸਿੰਘ ਨੇ ਉਹ ਪੜ੍ਹਿਆ, ਬੜਾ ਜਿਸ ਵੇਲੇ ਉਹ ਸਪੀਚ ਦਿੱਤੀ, ਉਹਨਾਂ ਨੇ ਖੁਦ ਲਿਖਿਆ, ਸਰਦਾਰ ਕਪੂਰ ਸਿੰਘ ਨੇ, ਇਹ ਸਪੀਚ ਅਕਾਲੀ ਦਲ ਨੇ ਅਪਰੂਵ ਕੀਤੀ, ਮਾਸਟਰ ਤਾਰਾ ਸਿੰਘ ਨੇ ਇਹਦਾ ਡਰਾਫਟ ਖੁਦ ਅਪਰੂਵ ਕੀਤਾ, ਉਹਦੇ ਬਾਅਦ ਪੜ੍ਹਿਆ। ਨਾਲ ਇੱਕ ਗੱਲ ਉਹਨਾਂ ਨੇ ਹੋਰ ਲਿਖੀ
ਕਹਿੰਦੇ ਕਿ ਮੈਨੂੰ ਸਰਕਾਰ ਨੇ ਸਜ਼ਾ ਦਿੱਤੀ, ਮੈਨੂੰ ਜਿੰਨੀਆਂ ਤਕਲੀਫਾਂ ਦਿੱਤੀਆਂ, ਉਹਦਾ ਕਾਰਨ ਸਿਰਫ ਇੱਕੋ ਸੀਗਾ ਕਿ ਮੈਂ ਮਾਸਟਰ ਤਾਰਾ ਸਿੰਘ ਦੇ ਨਜ਼ਦੀਕ ਸੀਗਾ। ਔਰ ਨਾਲ ਉਹਨਾਂ ਨੇ ਲਿਖਿਆ, ਇੱਕ ਗੱਲ ਕਹੀ, ਕਹਿੰਦੇ ਕਿ ਮਾਸਟਰ ਤਾਰਾ ਸਿੰਘ ਜਿਹੜੀ ਚੀਜ਼ ਉਹ ਕਰਕੇ ਗਿਆ, ਜਿੱਥੇ ਛੱਡ ਕੇ ਗਿਆ, ਉਹਦੀ ਪ੍ਰਾਪਤੀ ਕੁਝ ਵੀ ਨਹੀਂ ਹੈਗੀ, ਮਗਰ ਇੱਕ ਪੈੜਾ ਪਾ ਗਿਆ। ਆਉਣ ਵਾਲਾ ਪੋਲਿਟਿਕਸ ਉਸ ਦੇ ਉੱਤੇ ਤੁਰੇਗਾ। ਸੋ ਉਹ ਜਿਹੜਾ ਦਸਤਾਵੇਜ਼ ਹੈਗਾ ਉਹਨੂੰ ਜ਼ਰੂਰ ਸਾਰਿਆਂ ਨੂੰ ਵਾਚਣਾ ਚਾਹੀਦਾ। ਉਹਦੇ ਵਿੱਚ ਲਿਖਿਆ ਕੀ ਹੈ, ਔਰ ਜਿਸ ਵੇਲੇ ਉਹਨਾਂ ਨੇ ਸਪੀਚ ਦਿੱਤੀ ਹੈ ਸਰਦਾਰ ਕਪੂਰ ਸਿੰਘ ਨੇ ਪਾਰਲੀਮੈਂਟ ਦੇ ਵਿੱਚ, ਔਰ ਉਹ ਸਪੀਚ ਦੇ ਬਾਅਦ ਇੱਕ ਕੋਈ ਕਾਂਗਰਸ ਦੇ MP ਸੀਗੇ, ਸ਼ਾਇਦ ਚੌਧਰੀ, ਮੈਨੂੰ ਭੁੱਲ ਗਿਆ, ਉਹ ਕਹਿਣ ਲੱਗੇ ਹੁਣੇ ਤੁਸੀਂ ਬਿਲਕੁਲ ਨੰਗੀ ਚਿੱਟੀ ਖੁੱਲੀ ਫਿਰਕਾ ਪ੍ਰਸਤ ਸਪੀਚ ਸੁਣ ਰਹੇ ਸੀਗੇ। ਉਹ ਫਿਰ ਉਹਦੇ ਬਾਅਦ ਜਦੋਂ ਉਹ ਬੋਲਣ ਲੱਗੇ ਤਾਂ ਸਰਦਾਰ ਕਪੂਰ ਸਿੰਘ ਖੜੇ ਹੋ ਕੇ ਕਹਿੰਦੇ ਆ, ਬਿਲਕੁਲ ਇਹਨਾਂ ਨੇ ਠੀਕ ਕਿਹਾ, ਮੈਂ ਓਪਨ ਜਿਹੜੀ ਹੈ ਕਮਿਊਨਲ ਸਪੀਚ ਦੇ ਰਿਹਾ ਸੀ, ਹੁਣ ਤੁਸੀਂ ਹਿਡਨ ਕਮਿਊਨਲ ਸਪੀਚ ਸੁਣੋ। ਸੋ ਇਹ ਜਿਹੜਾ ਇੱਕ ਬੇਵਿਸਾਹੀ ਹੈਗੀ ਹੈ ਕੌਮਾਂ ਦੇ ਉੱਤੇ, ਮੰਨਣਾ ਪਏਗਾ ਕਿ ਪੰਜਾਬੀਆਂ ਦੀ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਬਲੂ ਸਟਾਰ ਦੇ ਬਾਅਦ ਕਲਕੱਤੇ ਦੇ ਵਿੱਚ ਸੈਮੀਨਾਰ ਹੋਇਆ, ਉਹਦੇ ਵਿੱਚ ਜੋਤੀ ਬਾਸੂ ਨੇ ਪੁੱਛਿਆ, ਪੰਜਾਬ ਦਾ ਡੈਲੀਗੇਸ਼ਨ ਸੀ, ਇਹ ਪੰਜਾਬ ਦਾ ਮਸਲਾ ਕਿਆ ਹੈ। ਉਹਨਾਂ ਨੂੰ ਉਹ ਸ਼ਾਇਦ ਖਹਿਰਾ ਸਾਹਿਬ ਸੀਗੇ ਵਕੀਲ ਉਸ ਵੇਲੇ ਤੇ ਅਕਾਲੀ ਦਲ ਦੇ, ਉਹ ਕਹਿੰਦੇ ਜੀ आप ये बताओ, अगर बंगाल का बंगाली ये कहता है, बांग्लादेश का बंगाली ये कहता है कि हमारी मातृभाषा बंगला नहीं है अरबी है, तो आप उसको क्या बोलेंगे? कहता साला को चप्पल से मारेंगे। ਇਹ ਉਹਦਾ ਜਵਾਬ ਸੀਗਾ। ਕਹਿੰਦਾ ਬਸ ਪੰਜਾਬ ਦੀ ਵੀ ਪ੍ਰੋਬਲਮ ਇਹੀ ਹੈ, ਪੰਜਾਬੀ ਕਹਿੰਦਾ ਮੇਰੀ ਬੋਲੀ ਪੰਜਾਬੀ ਨਹੀਂ ਹੈ। ਉਹ ਬੜਾ ਹੈਰਾਨ ਹੋ ਗਿਆ। ਉਹ ਕਹਿੰਦਾ ਬੰਗਾਲ ਦਾ ਬੰਗਾਲੀ ਮੁਸਲਮਾਨ ਜਿਹੜਾ ਹੈ ਉਹ ਰਵਿੰਦਰ ਸੰਗੀਤ ਸੁਣਦਾ, ਔਰ ਪੰਜਾਬੀ ਜਿਹੜਾ ਹਿੰਦੂ ਹੈ ਉਹ ਨਜ਼ਰੁਲ ਇਸਲਾਮ ਨੂੰ ਸੁਣਦਾ। ਕਹਿੰਦਾ ਮੈਨੂੰ ਤੇ ਸਮਝ ਨਹੀਂ ਆ ਰਹੀ ਤੁਸੀਂ ਕੀ ਕਰ ਰਹੇ ਹੋ। ਪੰਜਾਬ ਦਾ ਵਿਰਸਾ ਅੱਜ ਪੰਜਾਬ ਡੇ ਦੇ ਉੱਤੇ ਜੇ ਮੰਨਣਾ ਪਏਗਾ, ਗਲਤੀਆਂ ਸਾਰੀਆਂ ਪਾਰਟੀਆਂ ਦੀਆਂ, ਗਲਤੀਆਂ ਸਾਰੀਆਂ ਪਾਰਟੀਆਂ ਦੇ, ਦੋਸ਼ੀ ਸਾਰੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਨੇ ਇਹ ਸਾਰੇ ਦਾ ਸਾਰਾ ਇਸ ਹਾਲਤ ਵਿੱਚ ਪਹੁੰਚਾਇਆ। ਇਹਦੇ ਵਿੱਚ ਕਾਂਗਰਸ, ਅਕਾਲੀ, ਜਨਸੰਘ ਔਰ ਸਭ ਤੋਂ ਮੁੱਖ ਆਰੀਆ ਸਮਾਜੀ ਹੈ ਜਿਨ੍ਹਾਂ ਨੇ ਸਾਰਾ ਮਾਹੌਲ, ਇਹਨਾਂ ਨੂੰ ਅਗਰ ਜੇ ਪੰਜਾਬ ਦਾ ਭਲਾ ਚਾਹੁੰਦੇ ਹੈ, ਆਪਣਾ ਭਲਾ ਚਾਹੁੰਦੇ ਹੈ, ਨਹੀਂ ਤਾਂ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ, ਮੈਂ ਚੌਥੀ ਜਮਾਤ ਪੜ੍ਹਦਾ ਸੀ, ਕਹਿੰਦੇ ਸਕੂਲ ਦੇ ਵਿੱਚ ਕਲਾਸ ਲੱਗੀ ਹੋਈ ਸੀ ਤੇ ਇੱਕ ਅਖਬਾਰ ਆਉਂਦਾ ਸੀ, ਜ਼ਿਮੀਂਦਾਰ ਅਖਬਾਰ। ਉਸ ਅਖਬਾਰ ਦੇ ਵਿੱਚ ਇੱਕ ਖਬਰ ਆਈ ਕਿ ਸ਼ਹੀਦਗੰਜ ਮਸਜਿਦ ਦਾ ਮਸਲਾ ਛਿੜ ਪਿਆ। ਇੱਕ ਹਿੰਦੂ ਮਾਸਟਰ ਸੀ, ਇੱਕ ਮੁਸਲਮਾਨ ਮਾਸਟਰ ਸੀ। ਉਹ ਹਿੰਦੂ ਮਾਸਟਰ ਮੁਸਲਮਾਨ ਨੂੰ ਕਹਿਣ ਲੱਗੇ, ਮੌਲਵੀ ਸਾਹਿਬ ਇਹ ਮਸੀਤ ਹੁਣ ਤੁਹਾਡੇ ਕੋਲ ਨਹੀਂ ਰਹਿ ਸਕਦੀ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਪਤਾ ਹੈ ਸਿੱਖ ਜਿਹੜਾ ਮੋਰਚਾ ਸ਼ੁਰੂ ਕਰ ਦਿੰਦੇ ਹੈ ਉਹ ਫਿਰ ਪਿੱਛੇ ਨਹੀਂ ਹਟਦੇ। ਗੱਲ ਸਮਝ ਲੈਣੀ ਚਾਹੀਦੀ ਹੈ, ਸਿੱਖਾਂ ਨੇ ਆਜ਼ਾਦ ਹਸਤੀ ਲਈ ਜਿਹੜਾ ਮੋਰਚਾ ਆਰੰਭਿਆ ਸੀ, ਭਾਵੇਂ ਸੱਚਰ ਫਾਰਮੂਲਾ, ਰੀਜਨਲ ਫਾਰਮੂਲਾ, ਪੰਜਾਬੀ ਯੂਨੀਵਰਸਿਟੀ, ਹੋਰ ਚੀਜ਼ਾਂ ਕਰਕੇ, ਪੰਜਾਬੀ ਸੂਬਾ ਲੂਲਾ ਲੰਗੜਾ ਕਰਕੇ ਜੋ ਮਰਜ਼ੀ ਕਰਦੇ ਰਹੋ, ਜਿੰਨੀ ਦੇਰ ਤੱਕ ਇਸ ਨੂੰ ਕਲੋਜ਼ ਨਹੀਂ ਕੀਤਾ ਜਾਏਗਾ, ਇਹ ਮਸਲੇ ਨੂੰ ਕਲੋਜ਼ ਉਹ ਤਾਂ ਹੋਏਗਾ ਜੇ ਪੰਜਾਬੀ ਪੰਜਾਬੀ ਬਣ ਕੇ ਵਿਚਰਨਗੇ, ਪੰਜਾਬੀ ਆਪਣੇ ਉਹਨੂੰ ਪੰਜਾਬੀ ਕਹਿ ਕੇ ਮਾਣ ਕਰਨਗੇ। ਫਿਰ ਨਾ ਸਿੱਖ ਦਾ, ਨਾ ਹਿੰਦੂ ਦਾ, ਨਾ ਮੁਸਲਮਾਨ ਦਾ ਕੋਈ ਮਸਲਾ ਰਹਿ ਜਾਏਗਾ। ਪੰਜਾਬ ਦਾ ਕਲਚਰ, ਪੰਜਾਬ ਦਾ ਲਿਟਰੇਚਰ, ਪੰਜਾਬ ਦੀ ਵਿਰਾਸਤ ਬਹੁਤ ਅਮੀਰ ਹੈ, ਅਸੀਂ ਉਸ ਦਾ ਲਾਹਾ ਲਈਏ। ਅਸੀਂ ਕਿਉਂ ਜਾ ਕੇ ਐਸੇ ਆਪਸ ਦੇ ਵਿੱਚ ਹੀ ਨੁਕਸਾਨ ਕਰ ਰਹੇ ਹਾਂ, ਹੋਰ ਕਿਸੇ ਦਾ ਨਹੀਂ ਕਰ ਰਹੇ। ਇਹ ਇੱਕ ਅਪੀਲ ਹੈ ਕਿ ਪੰਜਾਬੀਆਂ ਨੂੰ ਅਪੀਲ ਹੈ ਕਿ ਤੁਸੀਂ ਪੰਜਾਬੀ ਬਣੋ। ਨਹੀਂ ਤੇ ਕਹਿੰਦੇ ਸੀ ਬੰਦੇ ਨੂੰ ਕਹਿੰਦੇ ਬੰਦਾ ਬਣੋ, ਹੁਣ ਪੰਜਾਬੀਆਂ ਨੂੰ ਕਹਿਣ ਦੀ ਲੋੜ ਹੈ ਤੁਸੀਂ ਪੰਜਾਬੀ ਬਣੋ ਤਾਂ ਕਿ ਸਾਰੇ ਪੰਜਾਬੀ ਬਣ ਜਾਣ, ਫਿਰ ਤੁਹਾਡੇ ਫਿਰਕਾਦਾਰਾਨਾ ਝਗੜੇ ਹੀ ਮੁੱਕ ਜਾਣਗੇ। ਬੜੀ ਅੱਛੀ ਗੱਲ ਹੁੰਦੀ ਜੇ ਇਸ ਦਿਨ ਦੇ ਉੱਤੇ ਸਾਡੇ ਸ਼ਾਸਕ, ਸਾਡੇ ਹਾਕਮ, ਭਾਵੇਂ ਉਹ ਮੌਜੂਦਾ ਮੁੱਖ ਮੰਤਰੀ ਹੈ ਜਾਂ ਸਾਬਕਾ ਮੁੱਖ ਮੰਤਰੀ ਨੇ, ਜਿੰਨੀਆਂ ਵੀ ਪਾਰਟੀਆਂ ਦੇ ਵੱਡੇ ਲੀਡਰ ਆ, ਜੇ ਉਹ ਇਕੱਠੇ ਹੁੰਦੇ ਔਰ ਇਕੱਠੇ ਹੋ ਕੇ ਪੰਜਾਬ ਦੀ ਰਾਜਤਾ ਨਹੀਂ, ਪੰਜਾਬ ਦੀ ਉੱਚ ਅਦਾਲਤ, ਪੰਜਾਬ ਦੇ ਬਾਕੀ ਮਸਾਇਲ, ਉਹਨਾਂ ਦੇ ਸੰਬੰਧੀ ਪ੍ਰਧਾਨ ਮੰਤਰੀ ਨੂੰ ਕਹਿੰਦੇ, ਚਾਰਜੋਈ ਕਰਦੇ, ਮਿਲਣ ਦਾ ਸਮਾਂ ਮੰਗ ਲੈਂਦੇ। 1 ਨਵੰਬਰ ਨਿਊ ਪੰਜਾਬ ਡੇ ਜਾਂ ਪੰਜਾਬੀ ਸੂਬੇ ਦੀ ਇਹ ਵਰ੍ਹੇਗੰਢ ਤਾਂ ਹੀ ਸਾਰਥਕ ਹੋ ਸਕਦੀ ਹੈ ਜੇ ਲੀਡਰਸ਼ਿਪ ਦੇ ਮਨ 'ਚ ਇਹ ਦਰਦ ਪਵੇ ਕਿ ਅਜੇ ਕਾਫੀ ਕੁਝ ਅਧੂਰਾ ਹੈ, ਅਜੇ ਇਹ ਮਾਮਲੇ ਮੁੱਕੇ ਨਹੀਂ, ਅਜੇ ਵੀ ਪੀੜ੍ਹੀਆਂ ਤੱਕ ਇਹ ਲੜਾਈ ਚੱਲਦੀ ਰਹਿਣੀ ਹੈ ਜੇ ਇਹਨਾਂ ਦੇ ਉੱਤੇ ਅਸੀਂ ਫੈਸਲਾਕੁਨ ਨਹੀਂ ਹੁੰਦੇ। ਕੀ ਕਹਿੰਦੇ ਹੋ ਸਰ, ਤੁਸੀਂ ਕੁਝ ਕਹਿ ਰਹੇ ਹੋ? ਮੈਂ ਅਖੀਰ ਬਸ ਮੈਨੂੰ ਲਾਈਨਾਂ ਯਾਦ ਆਉਂਦੀਆਂ, ਈਸ਼ਰ ਸਿੰਘ ਭਾਈਆ ਉਹ ਹਾਸਰਸ ਦਾ ਕਵੀ ਸੀ,
ਪਰ ਇਹ ਅੱਜ ਪ੍ਰੋਗਰਾਮ ਮੈਂ ਦੁਖੀ ਮਨ ਨਾਲ ਕਰ ਰਿਹਾ, ਖੁਸ਼ੀ ਨਹੀਂ ਹੈ, ਮੈਨੂੰ ਕੋਈ ਖੁਸ਼ੀ ਨਹੀਂ ਹੈ ਪੰਜਾਬ ਡੇ ਦੀ, ਕਿਉਂਕਿ ਜਦੋਂ ਤੁਹਾਨੂੰ ਜਿਹੜਾ ਪੰਜਾਬ ਦਿੱਤਾ ਗਿਆ, ਅਗਰ ਇਸ ਰੂਪ ਵਿੱਚ ਦਿੱਤਾ ਜਾਏ, ਈਸ਼ਰ ਸਿੰਘ ਭਾਈਆ ਨੇ ਵੀ ਉਸ ਵੇਲੇ ਕਿਹਾ ਸੀ, ਲੋਕਾਂ ਵੰਡੀਆਂ ਪਾ ਕੇ ਮੁਲਕ ਵੰਡ ਲਏ, ਸਾਡੇ ਲਈ ਹੈ ਲੱਡੂਆਂ ਦਾ ਬੂਰ ਨਾਨਕ, ਹੱਥ ਜੋੜ ਕੇ ਆਪਣਾ ਹੱਕ ਮੰਗੀਏ, ਅੱਗੋਂ ਕਹਿੰਦੇ ਨੇ ਉਹ ਹਜ਼ੂਰ ਨਾਨਕ, ਅੱਜ ਸਿੱਖਾਂ ਦੇ ਭੈੜੇ ਦਿਮਾਗ ਅੰਦਰ ਆ ਗਿਆ ਹੈ ਕੋਈ ਫਤੂਰ ਨਾਨਕ। ਸੋ ਉਸ ਮਸਲੇ ਨੂੰ ਹੱਲ ਕਰੋ, ਨਹੀਂ ਤਾਂ ਇਹ ਮੰਗਾਂ ਮੁੱਕਦੀਆਂ ਨਹੀਂ, ਕਿੱਥੋਂ ਦੀਆਂ ਕਿੱਥੇ ਪਹੁੰਚ ਜਾਂਦੀਆਂ। ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਬਹੁਤ ਮਿਹਰਬਾਨੀ, ਧੰਨਵਾਦ।